स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਿਸਾਨੀ ਬਿੱਲਾਂ ਨੂੰ ਲੈ ਕੇ ਜੋ ਜੰਗ ਛਿੜੀ ਹੋਈ ਹੈ, ਕੇਂਦਰ ਸਰਕਾਰ ਵਰਸਸ ਕਿਸਾਨ ਵੀ ਕਹਿ ਸਕਦੇ ਹੋ, ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੀ ਕਹਿ ਸਕਦੇ ਹੋ, ਕਿਸੇ ਨਿਰਣਾਇਕ ਮੋੜ ਤੇ ਪਹੁੰਚੇਗੀ ਜਾਂ ਨਹੀਂ ਪਹੁੰਚੇਗੀ, ਇਸ ਬਾਰੇ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ। ਪਰ ਨਿਰਣਾਇਕ ਮੋੜ ਇੱਕ ਤਰਫਾ ਜ਼ਰੂਰ ਹੋ ਗਿਆ ਜਦੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੀਆਂ ਅਲਾਇੰਸ ਪਾਰਟੀਆਂ ਉਹਨਾਂ ਦਾ ਸਟੈਂਡ ਕੀ ਰਹਿਣ ਵਾਲਾ ਹੈ। खास तौर पर श्रोमणी अकाली दल ते बड़े किंतु परंतु किए जा रहे थे। श्रोमणी अकाली दल भी डावाडोल जिहा लग रहा सीगा, फैसला कोई कर नहीं पा रहा सीगा। हाल ही दे विच उन्होंने फैसला कर लिया कि असी इन्हां बिलों के अगेंस्ट खड़े हाँ, किसानों के हकों के विच खड़े हाँ, और ना सिर्फ इस बिल का विरोध किया बल्कि केंद्रीय कैबिनेट दे विच जिहड़ी उन्हां दी वजारत सीगी उस तो भी अस्तीफा दे दिता। इस बारे चर्चा करने के लिए अज दो खास मेहमान साडे नाल मौजूद ने। प्रोफैसर मजीत सिंह जी सियासी माहर ने, प्रोफैसर मुहम्मद खालिद साहब सियासी माहर ने। चंगी खासी इन्हां दी पकड़ है, पूरी पंजाब की सियासत को इन्होंने घोखिया है, लंबे समय तो देखते भी आ रहे हैं। प्रोफैसर मजीत सिंह जी, मैं शुरुआत थोड़े तो करांगा। ये तो चर्चा चल ही रही सी कि इस मुद्दे ते किते ना किते तुहानूं स्टैंड लेना ही पैना, और जिहड़ी पार्टी किसानों के अगेंस्ट स्टैंड लेगी उहदी पंजाब दे विचों सफा चट हो सकता है। इस गल नूं अकाली दल ने भी सही तरह समझिया। मैनूं लगता कि अकाली दल शायद नब्ज़ परखना चाहता सीगा, इसलिए थोड़ा समा लग गया। पहला वो हक दे विच भुगतदे रहे इस बिल दे, फिर उन्होंने नब्ज़ परख ली कि हक दे विच भुगतण दा कोई फायदा नहीं है, सानू सख्त स्टैंड लेना ही पैना। पर की इन्ना सख्त स्टैंड की तुसी केंद्रीय वजारत भी छड्ड दित्ती, क्योंकि वार वार यही विरोधी तरह कह रही सी जे दम हैगा ਤਾਂ ਤੁਸੀਂ ਵਿਰੋਧ ਕਰਕੇ ਦਿਖਾਓ, ਦਮ ਹੈਗਾ ਤਾਂ ਤੁਸੀਂ ਕੇਂਦਰੀ ਕੈਬਨਿਟ ਦੇ ਵਿੱਚੋਂ ਅਸਤੀਫਾ ਦੇ ਕੇ ਦਿਖਾਓ। ਇਹ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਿਆਸਤ ਖੇਡੀ ਹੈ ਅਕਾਲੀ ਦਲ ਨੇ ਚੱਲੀ ਹੈ ਉਹ ਸਿਆਸਤ ਕਿੰਨੀ ਕੁ ਸਹੀ ਹੈ? ਦੇਖੋ ਕੋਈ ਇਹ ਤੇ ਬਹੁਤ ਵੱਡੀ ਦੋਵਾਂ ਪਾਰਟੀਆਂ ਦੀ ਇਸ ਵੇਲੇ ਹਰਪ੍ਰੀਤ ਮਜਬੂਰੀ ਹੈਗੀ। ਫਾਰ ਇੰਸਟੈਂਸ जुलाई ਦੇ ਵਿੱਚ ਮਨਪ੍ਰੀਤ ਹੋਣੀ ਉੱਥੇ ਮੀਟਿੰਗ ਕਰਕੇ ਆਉਂਦੇ ਆ, ਬੰਬੇ ਵੀ ਮੀਟਿੰਗ ਹੁੰਦੀ ਹੈ। ਸਤੰਬਰ 2019 ਚ ਪਿਛਲੇ ਸਾਲ ਫਿਰ ਚੀਫ ਮਿਨਿਸਟਰਾਂ ਦੀਆਂ ਵੀ ਉਹਨਾਂ ਨੂੰ ਕਰਕੇ ਹੋਰ ਸੂਬਿਆਂ ਦੇ ਨਾਲ ਮੀਟਿੰਗਾਂ ਵੀ ਹੁੰਦੀਆਂ। ਅੰਦਰ ਖਾਤੇ ਖਿਚੜੀ ਤੇ ਇੱਧਰ ਵੀ ਪੱਕ ਰਹੀ ਸੀ। ਇਹਨਾਂ ਨੇ ਵੀ ਸੋਚਿਆ ਸੀ ਵੀ ਸ਼ਾਇਦ ਇੰਜ ਹੀ ਟਲ ਜੂਗਾ। ਉਹਨਾਂ ਨੇ ਕਿਹਾ ਹਾਂ ਕਿ ਤੁਸੀਂ ਕੰਟਰੈਕਟ ਫਾਰਮਿੰਗ ਬਾਰੇ ਗੱਲ ਕਰਾਂਗੇ। ਇਹ ਕਹਿੰਦੇ ਸੀ ਕੰਟਰੈਕਟ ਫਾਰਮਿੰਗ ਦਾ ਰੈਗੂਲੇਸ਼ਨ ਤੇ ਅਸੀਂ 2013 ਚ ਹੀ ਪਾਸ ਕਰਤਾ। ਫਿਰ ਉਹ ਕਹਿੰਦੇ ਸੀ ਮੰਡੀ ਦਾ, ਉਹ ਤੇ ਕਹਿੰਦੇ ਜੀ 2017 ਚ ਅਸੀਂ APMC ਦਾ ਕਰਤਾ। ਤੁਸੀਂ ਕਿਹੜੀ ਗੱਲ ਕਰਦੇ? ਪਰ ਇਹਨਾਂ ਨੂੰ ਕਾਂਗਰਸ ਨੂੰ ਵੀ ਅੰਦਰੋਂ ਅੰਦਰ ਹੀ ਪਤਾ ਤੇ ਸੀਗਾ, ਉੱਪਰੋਂ ਇਹ ਉਹਨਾਂ ਨੇ ਦੱਬ ਕੇ ਕਿਸੇ ਕਿਸਮ ਦਾ ਦੱਬ ਘੁੱਟ ਕੇ ਰੱਖਿਆ। ਅਕਾਲੀ ਦਲ ਨੂੰ ਤੇ ਸ਼ਰੇਆਮ ਹੀ ਪਤਾ ਸੀਗਾ ਇਹ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੋਵੇ, ਪਤਾ ਨਾ ਹੋਵੇ ਕਿ ਕੀ ਹੈ, ਬਿਲਕੁਲ ਪਤਾ ਸੀ। ਪਰ ਇਹ ਗੱਲ ਉਹਨਾਂ ਦੀ ਕਿਸੇ ਹੱਦ ਤੱਕ ਸੱਚੀ ਹੋ ਸਕਦੀ ਹੈ ਕਿ ਐਜ਼ ਏ ਪਾਰਟੀ ਉਹਨਾਂ ਨੇ ਸਰਕਾਰ ਦੇ ਵਿੱਚ ਤੇ ਜ਼ਰੂਰ ਲਿਆਂਦਾ, ਕੈਬਨਿਟ 'ਚ ਵੀ ਲਿਆਂਦਾ, ਐਜ਼ ਏ ਪਾਰਟੀ ਇਹਨਾਂ ਨੂੰ ਭਰੋਸੇ 'ਚ ਨਹੀਂ ਲਿਆ। ਹੁਣ ਸਵਾਲ ਇਹ ਸੀਗਾ ਕਿ ਇਸ ਵੇਲੇ ਮੈਨੂੰ ਲੱਗਦਾ ਕਿ ਕੱਲਾ ਅਕਾਲੀ ਦਲ ਨੂੰ ਨਹੀਂ, ਬੀਜੇਪੀ ਬਾਕੀ ਭਾਈਵਾਲਾਂ ਨੂੰ ਵੀ ਉਹ NDA ਨਾਂ ਦੀ ਹੈਗੀ ਉਹ ਕੁਛ ਨਹੀਂ ਸਮਝਦੀ, ਕਿਉਂਕਿ ਉਹਨਾਂ ਨੂੰ ਲੋੜ ਨਹੀਂ। ਉਹਨਾਂ ਨੇ ਇਹਨਾਂ ਦੇ ਮੋਢਿਆਂ ਦੇ ਉੱਤੇ ਇੱਕ ਵਾਰੀ ਚੜ੍ਹ ਕੇ ਤੇ ਆਪਣਾ ਪਹੁੰਚਣਾ ਸੀ, ਉਹ ਜਿੱਥੇ ਪਹੁੰਚਣਾ ਸੀ ਉਹ ਪਹੁੰਚ ਚੁੱਕੇ। ਹੁਣ ਕਹਿੰਦੇ ਅਸੀਂ ਰਾਮ ਮੰਦਿਰ ਦੇ ਨਾਲ ਆਪਣੇ ਆਪ ਹੀ ਸક્ષਮ ਹੈਗੇ, ਸਾਨੂੰ ਹੁਣ ਇਹਨਾਂ ਨੂੰ ਉਹ ਬੋਝ ਸਮਝਦੇ ਸੀ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਟਿਕੇ ਹੋਏ ਸੀ। ਮੇਰਾ ਖਿਆਲ ਹੈ ਕਿ ਇਹ ਸਮਝ ਇਹਨਾਂ ਨੂੰ ਹੋਣੀ ਚਾਹੀਦੀ ਸੀ ਤੇ ਇਹਨਾਂ ਨੂੰ ਬਹੁਤ ਦੇਰ ਪਹਿਲਾਂ ਹੀ ਇਸ ਗੱਲ ਲਈ ਆਪਣੀ ਤਿਆਰੀ ਕਰ ਲੈਣੀ ਚਾਹੀਦੀ ਸੀ। ਜਦੋਂ ਵੀ ਹੁਣ ਕੀਤੀ ਵੀ ਹੈਗੀ ਹੈ ਅਜੇ ਇਹ ਗੱਲ 'ਚ ਵੀ ਠੀਕ ਹੈ ਹਰਪ੍ਰੀਤ ਕਿ ਲੋਕਾਂ ਨੂੰ ਇੰਝ ਲੱਗਦਾ ਕਿ ਮਜਬੂਰਨ ਇਹ ਗੱਲ ਹੋਈ। ਜੋ ਭਾਸ਼ਣ ਕੈਪਟਨ ਅਮਰਿੰਦਰ ਸਿੰਘ ਦੇ ਵੀ ਆ ਰਿਹਾ ਸੀ 23 ਤਰੀਕ ਨੂੰ ਆਹ ਕਰਾਂਗੇ ਉਹ ਕਰਾਂਗੇ, ਉਹ ਵੀ ਸਾਰੇ ਉਸੇ ਮਜਬੂਰੀ 'ਚੋਂ ਆ, ਕਿਉਂਕਿ ਜੇ ਕਿਸਾਨੀ ਵਿਰੋਧ ਹੋ ਗਈ, ਦੋਵਾਂ ਧਿਰਾਂ ਦੀ ਇਸ ਵੇਲੇ ਇਹੀ ਰੇਸ ਹੈ ਕਿ ਜੇ ਕਿਸਾਨੀ ਵਿਰੋਧ ਹੋ ਗਈ ਤਾਂ ਫਿਰ ਬੜਾ ਮੁਸ਼ਕਲ ਹੋ ਜਾਊਗਾ। ਇਹ ਪੋਲੀਟਿਕਸ ਦੇ ਇਸ ਵੇਲੇ ਸੈਂਟਰ ਦੇ ਵਿੱਚ ਕਿਸਾਨੀ ਦੀ ਹੈ, ਪਰ ਮੈਨੂੰ ਲੱਗਦਾ ਕਿ ਲੌਂਗ ਰਨ 'ਚ ਹਰਪ੍ਰੀਤ ਤੁਸੀਂ ਦੇਖੋ ਇਹ ਬਹੁਤ ਵੱਡਾ ਰਾਜਨੀਤਿਕ ਸੰਕਟ ਦੇਸ਼ ਦੇ ਵਿੱਚ ਆਉਣ ਵਾਲਾ। ਇਹ 8 ਸੂਬਿਆਂ ਨੂੰ ਘੱਟੋ ਘੱਟ ਇਹਨੇ ਇਫੈਕਟ ਕਰਨਾ। ਅਜੇ ਅੱਗ ਇੱਥੇ ਪੰਜਾਬ 'ਚ ਮੱਗੀ ਹੈ, ਇਹ ਹਰਿਆਣੇ। ਗੱਲ ਨਹੀਂ ਸਮਝ ਆਉਂਦੀ ਜਦੋਂ ਵੀ ਕੇਂਦਰ ਦੇ ਵਿੱਚ ਕਿਸੇ ਵੀ ਗੱਲ ਤੇ ਕੋਈ ਇਸ਼ੂ ਬਣਦਾ, ਅਲਾਇੰਸ ਪਾਰਟੀਆਂ ਜੇਕਰ ਰਾਜ਼ੀ ਨਹੀਂ ਵੀ ਹੁੰਦੀਆਂ ਤਾਂ ਘੱਟੋ ਘੱਟ ਇੱਕ ਚਰਚਾ ਜ਼ਰੂਰ ਛੇੜੀ ਜਾਂਦੀ ਹੈ ਜਾਂ ਵਿਚਾਰ ਵਟਾਂਦਰਾ ਕੀਤਾ ਜਾਂਦਾ ਕਿ ਚਲੋ ਆਪਾਂ ਸਮਝ ਲੈਂਦੇ ਹਾਂ, ਇਸ ਮਸਲੇ ਨੂੰ ਸੁਲਝਾ ਲੈਂਦੇ ਹਾਂ ਬੈਠ ਕੇ। ਪਰ ਇਸ ਮਸਲੇ ਦੇ ਵਿੱਚ ਅੜੀ ਕਿਉਂ ਹੋ ਗਈ? ਕੇਂਦਰ ਸਰਕਾਰ ਅੜ ਕਿਉਂ ਗਈ ਕਿ ਨਹੀਂ ਅਸੀਂ ਨਾ ਤਾਂ ਇਸ ਤੇ ਕੋਈ ਚਰਚਾ ਕਰਨੀ ਹੈ, ਨਾ ਇਹ ਬਿੱਲ ਬਾਅਦ ਦੇ ਵਿੱਚ ਲੈ ਕੇ ਆਉਣਾ, ਅਸੀਂ ਬਿੱਲ ਹੁਣੇ ਹੀ ਲੈ ਕੇ ਆਉਣਾ, ਪਾਸ ਵੀ ਕਰਨਾ ਤੇ ਇਸ ਨੂੰ ਲਾਗੂ ਵੀ ਕਰਨਾ? ਇਹ ਅੜੀ ਕਿਉਂ? ਦੋ ਦਬਾਅ ਆ ਉਹਨਾਂ ਦੇ, ਇੱਕ WTO ਤੇ ਹੋਰ ਜਿਹੜੇ ਵਰਲਡ ਬੈਂਕ ਤੇ ਗਲੋਬਲ ਏਜੰਸੀਆਂ ਦਾ, ਜਿਹੜੇ ਲਗਾਤਾਰ ਕਹਿੰਦੇ ਆ ਕਿ ਤੁਸੀਂ ਆਪਣੇ 1.25 ਕਰੋੜ ਫਾਰਮਰ ਜਿਹੜੇ ਧਾਨ ਵਾਲੇ, ਝੋਨੇ ਵਾਲੇ ਤੇ 43 ਲੱਖ ਫਾਰਮਰ ਜਿਹੜੇ ਕਣਕ ਆ ਜਿਨ੍ਹਾਂ ਨੂੰ ਤੁਸੀਂ ਸਬਸਿਡਾਈਜ਼ ਕਰਦੇ ਆ, ਉਹ ਅੱਜ ਤੋਂ ਨਹੀਂ 20 ਸਾਲਾਂ ਤੋਂ ਪਿੱਛੇ ਪਏ ਸੀ। ਇੱਕ ਤੇ ਉੱਥੇ ਇਹਨਾਂ ਨੇ ਜੀ ਹਜ਼ੂਰੀ ਕੀਤੀ ਇਸ ਗਵਰਨਮੈਂਟ ਨੇ, ਯੂਨੀਅਨ ਗਵਰਨਮੈਂਟ ਨੇ, ਕਿ ਅਸੀਂ ਇਸ ਨੂੰ ਬੰਦ ਕਰਾਵਾਂਗੇ। ਦੂਜਾ, ਜਿਨ੍ਹਾਂ ਤੋਂ ਪੈਸੇ ਲੈ ਕੇ ਇਲੈਕਸ਼ਨਾਂ ਲੜੀਆਂ ਕਾਰਪੋਰੇਟਾਂ ਤੋਂ, ਉਹਨਾਂ ਨਾਲ ਇਹ ਵਾਅਦਾ ਕੀਤਾ ਕਿ ਅਸੀਂ ਤੁਹਾਡੀ ਦੇਸ਼ ਦੀ ਜਿਹੜੀ ਖੇਤੀ ਆ ਉਹਦੇ ਤੇ ਕਬਜ਼ੇ ਕਰਾਵਾਂਗੇ, ਤੁਹਾਡੇ
ਸਾਈਲੋ ਸਿਸਟਮ ਆਊਗਾ, ਬਣੀਆਂ ਬਣਾਤੀਆਂ ਮੰਡੀਆਂ ਤੁਹਾਡੇ ਹੱਥ ਦੇਾਂਗੇ। ਹੁਣ ਜਿਨ੍ਹਾਂ ਦੇ ਇੱਕ ਪੈਸੇ ਖਾਦੇ ਆ ਜਾਂ ਜਿਨ੍ਹਾਂ ਤੋਂ ਕਰਜ਼ੇ ਲਏ ਹੋਏ ਆ ਵਰਲਡ ਬੈਂਕ ਤੋਂ, ਹੁਣ ਉਹਨਾਂ ਦੀ ਸੁਣ ਕੇ ਲੋਕਾਂ ਦੀ ਸੁਣ, ਇਸ ਕਰਕੇ ਉਹਨਾਂ ਦੀ ਏਡੀ ਵੱਡੀ ਮਜਬੂਰੀ ਬਣ ਗਈ ਹੈ ਕਿ ਉਹ ਸਾਰਾ ਕੁਝ ਇੰਨੀ ਵਾਬ ਰੋਲਾ ਹੋਣ ਦੇ ਬਾਵਜੂਦ ਵੀ ਪਿੱਛੇ ਹਟਣਾ ਨਹੀਂ ਚਾਹੁੰਦੇ। ਠੀਕ ਹੈ ਖਾਲਿਦ ਸਾਹਿਬ, ਇੱਕ ਗੱਲ ਸਮਝਣੀ ਬੜੀ ਜ਼ਰੂਰੀ ਹੈ, ਭਾਵੇਂ ਤੁਹਾਡੇ ਕੋਲ ਜਿੰਨੇ ਮਰਜ਼ੀ ਨੰਬਰ ਹੋਣ, ਜਿੰਨੇ ਮਰਜ਼ੀ ਤੁਹਾਡੇ MP ਹੋਣ, ਪਰ ਘੱਟੋ ਘੱਟ ਉਹ ਪਾਰਟੀਆਂ ਇਹ ਜ਼ਰੂਰ ਕੋਸ਼ਿਸ਼ ਕਰਦੀਆਂ ਕਿ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਜਾਂ ਛੋਟੀਆਂ-ਛੋਟੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਨਾਲ ਰੱਖਿਆ ਜਾਵੇ ਤਾਂ ਜੋ ਦੇਸ਼ ਦੇ ਵਿੱਚ ਸੰਤੁਲਨ ਬਣਿਆ ਰਹੇ। ਇਹ ਤੁਸੀਂ ਸੋਚ ਸਕਦੇ ਹੋ ਕਿ ਐਡਾ ਵੱਡਾ ਰਿਸਕ ਲਿਆ NDA ਨੇ ਕਿ ਅਕਾਲੀ ਦਲ ਜਾਂਦਾ ਤਾਂ ਜਾਵੇ, ਸਾਨੂੰ ਕੋਈ ਪਰਵਾਹ ਨਹੀਂ ਹੈ, ਸਾਨੂੰ ਉਹਦੀ ਲੋੜ ਨਹੀਂ ਹੈ। ਦੇਖੋ ਇੱਦਾਂ ਹੈਗਾ ਕਿ ਇਸ ਇਲੈਕਸ਼ਨ ਦੇ ਜਿਹੜਾ ਮੈਂਡੇਟ 2019 ਦਾ ਸੀਗਾ, ਉਸ ਮੈਂਡੇਟ ਦੇ ਬਾਅਦ BJP ਨੇ ਬੜਾ ਬ੍ਰੇਜ਼ਨਲੀ ਇਸ ਚੀਜ਼ ਨੂੰ ਲਾਗੂ ਕੀਤਾ ਕਿ ਜੋ ਅਸੀਂ ਚਾਹੁੰਦੇ ਆ ਉਹੀ ਹੋਏਗਾ। ਤੁਸੀਂ 3 ਐਗਜ਼ਾਮਪਲਸ ਮੈਂ ਤੁਹਾਨੂੰ ਦਿੰਦਾ। ਇੱਕ ਐਗਜ਼ਾਮਪਲ ਹੈਗੀ ਮਹਾਰਾਸ਼ਟਰ ਦੀ। ਮਹਾਰਾਸ਼ਟਰ 'ਚੋਂ ਕਹਿੰਦੇ ਸ਼ਿਵ ਸੈਨਾ ਨੂੰ ਤੁਹਾਨੂੰ ਸਬਕ ਸਿਖਾ ਦੇਵਾਂਗੇ, ਹਾਲਾਂਕਿ ਸ਼ਿਵ ਸੈਨਾ ਦੇ ਮੋਢੇ ਤੇ ਚੜ੍ਹ ਕੇ BJP ਅੱਗੇ ਆਈ ਸੀਗੀ। PDP ਨਾਲ ਅਲਾਇੰਸ ਕੀਤਾ, PDP ਦਾ ਅਲਾਇੰਸ ਹੀ ਨਹੀਂ ਖਤਮ ਕੀਤਾ ਬਲਕਿ ਧਾਰਾ 370 ਵੀ ਖਤਮ ਕਰਦੀ, ਕਹਿੰਦਾ ਕਰਤੀ ਤੁਸੀਂ ਕਰ ਲੋ ਕੀ ਕਰਦੇ ਹੋ। ਇਸੇ ਤਰੀਕੇ ਦੇ ਨਾਲ ਅਕਾਲੀ ਦਲ ਹੈ, ਅਕਾਲੀ ਦਲ ਨਾਲ ਅਲਾਇੰਸ ਜਾਂ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਬਣਾਉਣੀ ਜਾਂ ਅਕਾਲੀ ਦਲ ਨਾਲ ਮਿਲ ਕੇ ਇਲੈਕਸ਼ਨ ਲੜਨਾ ਅੱਜ ਦਾ ਨਹੀਂ ਹੈ, 1966 ਦੇ ਬਾਅਦ ਚੱਲਦਾ ਆ ਰਿਹਾ। ਜਿਸ ਵੇਲੇ BJP ਛੋਟੀ ਪਾਰਟੀ ਥੀ, BJP ਦੀ ਮਜਬੂਰੀ ਥੀ ਛੋਟੀਆਂ ਪਾਰਟੀਆਂ ਨੂੰ ਨਾਲ ਰੱਖਣਾ। ਅੱਜ ਉਹਨਾਂ ਦੀ ਮਜਬੂਰੀ ਕੋਈ ਨਹੀਂ ਹੈ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜਿਹੜਾ ਨੈਰੇਟਿਵ ਦੇਸ਼ ਦਾ ਜਿਹੜਾ ਹੈਗਾ ਉਹ ਬਿਲਕੁਲ ਡਿਫਰੈਂਟ ਕਰਤਾ, ਚੇਂਜ ਕਰਤਾ। ਉਹ ਨੈਰੇਟਿਵ ਇਹ ਹੈਗਾ ਕਿ ਅਸੀਂ ਉਹ ਇਮੋਸ਼ਨਲ ਰਿਲੀਜੀਅਸ ਡਿਵਿਸਿਵ ਮੁੱਦੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਉੱਪਰ ਅਸੀਂ 4-5 ਸਟੇਟ ਜਿਨ੍ਹਾਂ ਦੇ ਸਿਰ ਤੇ ਉਹਨਾਂ ਦਾ ਰਾਜ ਹੈ, ਦੇਖੋ UP ਹੈ, ਮੱਧ ਪ੍ਰਦੇਸ਼ ਹੈ, ਬਿਹਾਰ ਹੈ, ਗੁਜਰਾਤ ਹੈ ਤੇ ਰਾਜਸਥਾਨ ਹੈ, ਉੱਥੋਂ ਮੈਕਸਿਮਮ MP ਹੈ। ਉਹਨਾਂ ਦੇ ਸਿਰ ਤੇ ਕਹਿੰਦੇ ਅਸੀਂ ਤਾਂ ਲਈ ਚੱਲਾਂਗੇ, ਸਾਨੂੰ ਕੀ ਫਰਕ ਪੈਂਦਾ, ਲੇਕਿਨ ਕਰਾਂਗੇ ਅਸੀਂ ਉਹੀ ਜੋ ਅਸੀਂ ਚਾਹੁੰਦੇ ਹਾਂ। ਹੁਣ ਕਰਨ ਦੇ ਵਿੱਚ ਕੀ ਹੋ ਗਿਆ, ਬਿਲਕੁਲ ਗੱਲ ਮਨਜੀਤ ਸਿੰਘ ਜੀ ਦੀ ਸਹੀ ਹੈ ਕਿ WTO ਜਾਂ ਜਿਹੜੀਆਂ ਇੰਟਰਨੈਸ਼ਨਲ IMF ਵਰਲਡ ਬੈਂਕ ਦੀਆਂ ਜਿਹੜੀਆਂ ਨਿਰਦੇਸ਼ਨਸ ਹੈਗੇ ਆ ਉਹਨਾਂ ਦੀ ਵਜ੍ਹਾ ਕਰਕੇ ਔਰ ਦੂਸਰਾ ਕਾਰਪੋਰੇਟ ਦੇ ਉਹਦੇ ਕਰਕੇ ਉਹਨਾਂ ਨੂੰ ਇਹ ਕਰਨਾ ਪੈਣਾ। ਇਸ ਦੇ ਨਾਲ ਹੀ ਜਿਹੜਾ ਇਸ ਵੇਲੇ ਕਿਉਂਕਿ ਇਹ ਕਹਿੰਦੇ ਗਰੋਪਿੰਗ ਇਨ ਦਾ ਡਾਰਕ, ਹੱਥ ਪੈਰ ਮਾਰ ਰਹੀ ਹੈ ਸੈਂਟਰਲ ਗਵਰਨਮੈਂਟ। ਕਿਉਂ ਹੱਥ ਪੈਰ ਮਾਰ ਰਹੀ ਹੈ? ਕਿਉਂਕਿ ਸਾਡਾ GDP ਕਿੰਨਾ ਡਾਊਨ ਚਲੇਗਾ, ਇੰਡਸਟਰੀਅਲ ਡਿਵੈਲਪਮੈਂਟ ਹੋ ਨਹੀਂ ਰਹੀ, ਇੰਡਸਟਰੀਅਲ ਆਊਟਪੁੱਟ ਸਿਰਫ ਇੱਕ ਫਾਰਮ ਸੈਕਟਰ ਹੈ ਜਿਹੜਾ ਕਿ ਇੱਕ ਰੇ ਆਫ ਹੋਪ ਦਿਖਾ ਰਿਹਾ ਸੀਗਾ। ਉਹ ਫਾਰਮ ਸੈਕਟਰ ਜਿਹੜਾ ਹੈਗਾ ਉਹ ਵੀ ਅਗਰ ਡੁੱਬ ਗਿਆ, ਉਸ ਚੀਜ਼ ਉਹਨਾਂ ਨੂੰ ਇਸ ਚੀਜ਼ ਦੀ ਵੀ ਪਰਵਾਹ ਨਹੀਂ ਹੈ। ਉਹ ਕਹਿੰਦੇ ਕਿਉਂਕਿ ਡੁੱਬਣਾ ਹੀ ਹੈ, ਜਦ ਡੁੱਬਣਾ, ਜਦ ਕਿਸਾਨ ਜਿਹੜਾ ਹੈਗਾ ਉਹਦੀ ਖੇਤੀ ਪਹਿਲੇ ਨੁਕਸਾਨ ਦੇ ਵਿੱਚ ਹੈ, ਅਗਰ ਹੋਰ ਜ਼ਿਆਦਾ ਥੱਲੇ ਚਲਾ ਗਿਆ ਤਾਂ ਇਹ ਵੀ ਇੱਕ ਸਿਲਵਰ ਲਾਈਨਿੰਗ ਜਿਹੜੀ ਹੈਗੀ ਇਹ ਵੀ ਖਤਮ ਹੋ ਜਾਣੀ ਹੈ। ਲੇਕਿਨ ਉਹਨਾਂ ਨੂੰ ਇਸ ਚੀਜ਼ ਦੀ ਵੀ ਕੋਈ ਪਰਵਾਹ ਨਹੀਂ ਹੈ, ਉਹਨਾਂ ਨੂੰ ਪਰਵਾਹ ਸਿਰਫ ਇੱਕੋ ਚੀਜ਼ ਦੀ ਹੈਗੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਜੋ ਵਿਮਸ ਦੇ ਫੈਂਸੀ ਨਾਲ ਕੰਮ ਕਰ ਸਕਦੇ ਹਾਂ ਉਹ ਕਰ ਰਹੇ। ਮੈਂ ਇੱਕ ਲਾਸਟ ਪੁਆਇੰਟ ਇਸ ਸੈਗਮੈਂਟ ਵਿੱਚ ਕਹਾਂਗਾ, ਜਿੱਥੇ ਤੱਕ ਕੰਸਲਟੇਸ਼ਨ ਦੀ ਸਵਾਲ ਹੈ। ਜਿੰਨੀਆਂ ਵੀ ਸਰਕਾਰ ਅੱਜ ਤੱਕ ਹੋਈਆਂ ਉਹ ਥੋੜਾ ਬਹੁਤ ਕੰਸਲਟੇਸ਼ਨ ਜ਼ਰੂਰ ਕਰਦੀਆਂ ਸੀਗੀਆਂ ਆਪੋਜੀਸ਼ਨ ਪਾਰਟੀਆਂ ਦੇ ਨਾਲ, ਲੇਕਿਨ ਇਸ ਸਰਕਾਰ ਨੇ ਸ਼ਰੇਆਮ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਕਰਤਾ। ਤੁਸੀਂ ਡੀਮੋਨੇਟਾਈਜੇਸ਼ਨ ਦੇ ਮੁੱਦੇ ਤੇ ਲੈ ਲਓ, ਤੁਸੀਂ ਮੁੱਦੇ ਤੇ ਲੈ ਲਓ ਜਿਹੜਾ ਹੈਗਾ ਤੁਹਾਡਾ ਲੋਕਡਾਊਨ ਕੀਤਾ, ਤੁਸੀਂ CAA ਦੇ ਮੁੱਦੇ ਤੇ ਲੈ ਲਓ। ਜਿੰਨੇ ਵੀ ਓਵਰ ਦ ਲਾਸਟ 2-3 ਸਾਲਾਂ ਦੇ ਵਿੱਚ, 4 ਸਾਲਾਂ ਦੇ ਵਿੱਚ ਜਿੰਨੇ ਵੀ ਲੈਜਿਸਲੇਸ਼ਨ ਆਇਆ ਉਹ ਵਿਦਆਊਟ ਕੰਸਲਟੇਸ਼ਨ ਆਇਆ। ਉਹ ਕਹਿੰਦੇ ਵੀ ਅਸੀਂ ਜੋ ਕਹਿੰਦੇ ਤੁਸੀਂ ਜੋ ਕਰਨਾ ਕਰ ਨਹੀਂ, ਪਰ ਵਿਰੋਧੀਆਂ ਨਾਲ ਤਾਂ ਚਲੋ ਠੀਕ ਹੈ, ਪਰ ਆਪਣੀ ਭਾਈਵਾਲ ਪਾਰਟੀਆਂ ਦੇ ਨਾਲ ਵੀ ਕੋਈ ਭਾਈਵਾਲ ਪਾਰਟੀ ਕੋਈ ਨਹੀਂ ਹੈ। ਦੇ ਨੋ ਕਿ ਸਾਰੀ ਭਾਈਵਾਲ ਪਾਰਟੀਆਂ ਸਾਡੇ ਉੱਪਰ ਡਿਪੈਂਡੈਂਟ ਹੈ ਅੱਜ, ਨਾ ਕਿ ਅਸੀਂ ਉਹਨਾਂ ਪਰ ਕਿਸੇ ਵੀ ਤਰੀਕੇ ਨਾਲ ਡਿਪੈਂਡੈਂਟ ਹੈ। ਇਸ ਕਰਕੇ ਭਾਈਵਾਲ ਪਾਰਟੀਆਂ ਵੀ ਆਪਣੀ ਪੋਲੀਟੀਕਲ ਜਿਹੜੀ ਹੈਗੀ ਹੈ ਧਰਾਤਲ ਹੈ ਉਹ BJP ਦੇ ਨਾਲ ਰਲ ਕੇ ਹੀ ਸੋਚ ਰਹੀਆਂ ਸੀਗੀਆਂ, ਇੰਡੀਪੈਂਡੈਂਟ ਸੋਚਣੋਂ ਹਟ ਗਈਆਂ, ਜਿਹਦੀ ਵਜ੍ਹਾ ਕਰਕੇ ਆਪਾਂ ਦੇਖਦੇ ਹਾਂ। ਤੁਸੀਂ ਇਹ ਦੇਖੋ ਪਿਛਲੇ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੇ ਲੀਡਰਾਂ ਨੇ ਬਜਾਏ ਇਸ ਦੇ ਕਿ ਆਪਣੇ ਨਾਂ ਤੇ ਵੋਟ ਮੰਗਣ, ਮੋਦੀ ਦੇ ਨਾਂ ਤੇ ਵੋਟ ਮੰਗੇ, ਜਿਹਦਾ ਮਤਲਬ ਇਹ ਹੈਗਾ ਕਿ ਉਹਨਾਂ ਦੀ ਪੋਲੀਟੀਕਲ ਜਿਹੜੀ ਸਸਟੇਨੈਂਸ ਸੀਗੀ ਉਹ BJP ਦੇ ਉੱਪਰ ਉਹਨਾਂ ਨੇ ਪੂਰੀ ਡਿਪੈਂਡੈਂਟ ਕਰਤੀ। ਹੁਣ BJP ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸਾਡੇ ਪਰ ਬਿਲਕੁਲ ਹੀ ਡਿਪੈਂਡੈਂਟ ਹੈ। ਉਹ ਕਹਿੰਦੇ ਸਾਡੇ ਨਾਲ ਰਹਿਣਾ ਰਹੋ, ਚਾਹੇ ਤੁਸੀਂ ਭਾਈਵਾਲ ਹੋ ਚਾਹੇ ਨਹੀਂ, ਚਲੇਗਾ, ਕੋਈ ਫਰਕ ਨਹੀਂ ਪੈਂਦਾ ਉਹਦਾ। ਪਰ ਇੱਕ ਗੱਲ ਬੜੀ ਸਮਝਣ ਵਾਲੀ ਹੈ ਖਾਲਿਦ ਸਾਹਿਬ, ਤੁਸੀਂ WTO ਦਾ ਵੀ ਗੱਲ ਕੀਤੀ ਹੈਗੀ ਹੈ। WTO ਅੱਜ ਦੀ ਤਾਂ ਗੱਲ ਹੈ ਨਹੀਂ ਹੈ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕੇਂਦਰੀ ਵਿੱਤ ਮੰਤਰੀ ਡਾਕਟਰ ਮਨਮੋਹਨ ਸਿੰਘ ਜਦੋਂ ਹੁੰਦੇ ਸੀਗੇ ਉਦੋਂ ਦੀ ਚਰਚਾ ਚੱਲਦੀ ਆ ਰਹੀ ਹੈ, ਉਦੋਂ ਦੀ ਇਹ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਨ ਦੀ ਕਿਤੇ ਨਾ ਕਿਤੇ ਜਦੋਜਹਿਦ ਹੁੰਦੀ ਜਾ ਰਹੀ ਹੈ। ਇਹ ਗੱਲ ਵੱਖ ਹੈ ਕਿ ਇਹ ਸਰਕਾਰ ਬੜੀ ਜਦੋਜਹਿਦ ਦੇ ਨਾਲ ਉਹ WTO ਦੀਆਂ ਫੋਲੋ ਕਰ ਰਹੀ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਗੱਲ ਤਾਂ ਬੜੀ ਪੁਰਾਣੀ ਸ਼ੁਰੂ ਹੋਈ ਪਈ ਹੈ ਜਿਹਨੂੰ ਫੋਲੋ ਕੀਤਾ ਜਾ ਰਿਹਾ? 1991 ਤੋਂ ਬਾਅਦ ਜਿਸ ਵੇਲੇ ਅਸੀਂ ਆਪਣੀ ਮਾਰਕੀਟ ਖੋਲੀ,
ਔਰ ਆਪਾਂ ਵਰਲਡ ਮਾਰਕੀਟ ਦਾ ਪਾਰਟ ਬਣੇ, ਉਹ ਪਾਲਿਸੀਜ਼ ਤਾਂ ਉਸ ਵੇਲੇ ਤੋਂ ਹੀ WTO ਦੇ ਚੱਲੇ ਆ ਰਹੀਆਂ। ਲੇਕਿਨ ਇੱਕ ਡਿਬੇਟ ਇੰਡੀਆ ਦੇ ਵਿੱਚ ਚੱਲੀ ਕਿ ਕਿਆ ਅਸੀਂ ਫੁੱਲ ਥ੍ਰੋਟਲ ਪ੍ਰਾਈਵੇਟਾਈਜੇਸ਼ਨ ਕਰੀਏ ਜਾਂ ਪ੍ਰਾਈਵੇਟਾਈਜੇਸ਼ਨ ਵਿਦ ਅ ਹਿਊਮਨ ਫੇਸ ਕਰੀਏ। ਉਹ ਹਿਊਮਨ ਫੇਸ ਜਿਹੜਾ ਹੈਗਾ ਹੁਣ ਉਹ ਖਤਮ ਹੋ ਗਿਆ। ਹੁਣ ਪਹਿਲਾਂ ਹਿਊਮਨ ਫੇਸ ਨਾਲ ਵੀ ਯਾਰ ਇੱਥੇ ਕਰ ਲਓ, ਇੱਥੇ ਨਾ ਕਰੋ, ਇੱਥੇ ਕਰ ਲਓ, ਇੱਥੇ ਨਾ ਕਰੋ। ਹੁਣ ਤਾਂ ਜੇ ਸਾਰਾ ਕੁਝ ਵੇਚਿਆ ਜਾ ਰਿਹਾ ਹੈ, ਸਾਰੀਆਂ PSUs ਜਿਹੜੀਆਂ ਹੈਗੀਆਂ ਖਤਰੇ 'ਚ ਹੈ, ਸਾਰੀਆਂ ਵੇਚੀਆਂ ਜਾ ਸਕਦੀਆਂ ਨੇ ਔਰ ਉਹ ਸਾਰੀਆਂ ਪ੍ਰਾਈਵੇਟਾਈਜ਼ ਕੀਤੀਆਂ ਜਾ ਸਕਦੀਆਂ। ਇਹਦਾ ਮਤਲਬ ਇਟ ਇਜ਼ ਫ੍ਰੀ ਫॉर ਆਲ। ਜਿਹਦੇ ਵਿੱਚ ਕੀ ਹੈ ਫ੍ਰੀ ਫॉर, ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਕਾਰਪੋਰੇਟ ਹੈ, ਤੁਸੀਂ ਦੇਖੋ ਨਾ ਜਿਹੜੇ ਮੇਨ ਕਾਰਪੋਰੇਟ ਸੈਕਟਰ ਦੇ ਹੈਗੇ ਅਡਾਨੀ ਹੈ ਜਾਂ ਇਹ ਹੈਗੇ ਅੰਬਾਨੀ ਵਗੈਰਾ ਹੈਗਾ, ਤੁਸੀਂ ਉਹਨਾਂ ਦੀ ਵੈਲਥ ਦੇਖੋ ਪਿਛਲੇ 5 ਸਾਲ ਦੇ ਵਿੱਚ ਕਿੱਥੋਂ ਕਿੱਥੇ ਪਹੁੰਚੀ ਹੈ। ਇਹਦਾ ਮਤਲਬ ਇਹ ਹੈਗਾ ਕਿ ਪ੍ਰਾਈਵੇਟ ਸੈਕਟਰ ਜਾਂ ਕਾਰਪੋਰੇਟ ਸੈਕਟਰ ਹੈਗਾ, ਦੇਸ਼ ਵੀ ਉਹ ਚਲਾਏਗਾ, ਪੋਲਿਟਿਕਸ ਵੀ ਉਹ ਚਲਾਏਗਾ। ਔਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਪਲੇਟੋ ਵੇਲੇ ਇੱਕ ਗੱਲ ਕਹੀ ਸੀਗੀ, ਪਲੇਟੋ ਨੇ ਕਹੀ ਸੀਗੀ, ਜਿਹੜੀ ਉਹਨੇ ਕਮਿਊਨਿਜ਼ਮ ਦਾ ਦਿੱਤਾ, ਕਹਿੰਦਾ ਇਕਨੋਮਿਕ ਪਾਵਰ ਤੇ ਪੋਲੀਟੀਕਲ ਪਾਵਰ ਇੱਕ ਹੱਥ ਦੇ ਵਿੱਚ ਨਹੀਂ ਹੋਣੀ ਚਾਹੀਦੀ। ਔਰ ਹੁਣ ਇਹ ਹੈ ਵੀ ਪੋਲੀਟੀਕਲ ਪਾਵਰ ਵੀ ਖਤਮ ਹੋ ਗਈ, ਉਹ ਸਾਰੀ ਇਕਨੋਮਿਕ ਪਾਵਰ ਦੀ ਪਾਰਟ ਬਣ ਗਈ। ਬਿਲਕੁਲ ਠੀਕ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਵੇਂ ਖਾਲਿਦ ਸਾਹਿਬ ਹੋਰਾਂ ਨੇ ਵੀ ਕਿਹਾ, ਬੜੀ ਇੰਪੋਰਟੈਂਸ ਰਹਿੰਦੀ ਹੈ ਖੇਤਰੀ ਪਾਰਟੀਆਂ ਦੀ, ਪਰ ਤੁਹਾਨੂੰ ਨਹੀਂ ਲੱਗਦਾ ਪਿਛਲੇ ਕੁਝ ਸਮੇਂ ਤੋਂ ਖੇਤਰੀ ਪਾਰਟੀਆਂ ਦੀ ਜਿਹੜੀ ਮਹੱਤਤਾ ਉਹ ਨਾ ਸਿਰਫ ਘਟੀ ਹੈ ਬਲਕਿ ਉਹਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ? ਇਹਦੇ ਪਿੱਛੇ ਸਿਰਫ ਤੇ ਸਿਰਫ ਅਸੀਂ ਕਸੂਰਵਾਰ ਇੱਕ ਧਿਰ ਨੂੰ ਨਹੀਂ ਮੰਨ ਸਕਦੇ, ਉਹਨਾਂ ਧਿਰਾਂ ਨੂੰ ਵੀ ਕਸੂਰਵਾਰ ਮੰਨਾਂਗੇ ਜਿਨ੍ਹਾਂ ਨੇ ਆਪਣੀ ਡਿਪੈਂਡੈਂਸੀ ਉਹਨਾਂ ਤੇ ਵੱਧ ਕਰ ਦਿੱਤੀ। ਤੁਸੀਂ ਕਿਸੇ ਸੂਬੇ ਦੇ ਵਿੱਚ ਖੇਤਰੀ ਪਾਰਟੀ ਹੋ, ਤੁਸੀਂ ਉਸ ਸੂਬੇ ਦੀ ਨੁਮਾਇੰਦਗੀ ਕਰਦੇ ਹੋ। ਅਸੀਂ ਜਦੋਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਵੱਡੀ ਪਾਰਟੀ ਦੇ ਨਾਲ ਅਲਾਇੰਸ ਕਰਦੇ ਹਾਂ, ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ, ਤੇ ਫਿਰ ਜੇਕਰ ਉਹ ਵਾਰ ਤੁਹਾਡੇ ਤੇ ਹੁੰਦਾ ਤਾਂ ਉਹਨੇ ਕਸੂਰਵਾਰ ਤੁਸੀਂ ਵੀ ਹੋ। ਫਿਰ ਦੇਖੋ, ਖੇਤਰੀ ਪਾਰਟੀਆਂ ਨੂੰ ਆਪਣੀਆਂ ਟਰਮਸ ਦੇ ਉੱਤੇ ਵੱਡੀਆਂ ਪਾਰਟੀਆਂ ਨਾਲ ਕਰਨਾ ਚਾਹੀਦਾ ਸੀਗਾ। ਕਦੀ ਵੀ ਜਿਹੜੀ ਵੀ ਕੋਈ ਸਮਝੌਤੇ ਕਰਨੇ ਆ, ਇਹ ਹੌਲੀ ਹੌਲੀ ਜਿਸ ਤਰ੍ਹਾਂ ਸੱਤਾ ਦਾ ਸੁੱਖ ਇਹੋ ਜਿਹਾ ਪੈ ਜਾਂਦਾ, ਫਿਰ ਬੰਦਾ ਹੌਲੀ ਉਹ ਗੱਲ ਨੂੰ ਭੁੱਲ ਜਾਂਦਾ ਕਿ ਮੈਂ ਖੇਤਰੀ ਪਾਰਟੀ ਵੀ ਹਾਂ। ਉਹ ਭਾਸ਼ਾ ਉਹ ਬੋਲਣ ਲੱਗਦਾ ਜਿਹੜੀ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ, ਜਿਹੜੀ ਅਸਲ 'ਚ ਖੇਤਰੀ ਹਿੱਤਾਂ ਦੇ ਬਿਲਕੁਲ ਵਿਪਰੀਤ ਹੁੰਦੀ। ਇਹੀ ਗੱਲ ਅਕਾਲੀ ਦਲ ਨਾਲ ਜਾਂ ਹੋਰਨਾਂ ਖੇਤਰੀ ਪਾਰਟੀਆਂ ਨਾਲ ਵੀ ਹੋਈ, ਕਿਉਂਕਿ ਨੈਸ਼ਨਲ ਇੰਟਰਸਟ ਤੇ ਖੇਤਰੀ ਇੰਟਰਸਟ ਹਮੇਸ਼ਾ ਕਲੈਸ਼ ਕਰਦੇ। ਹੁਣ ਸਾਡੇ ਪਾਣੀਆਂ ਦਾ ਇੰਟਰਸਟ ਹੈਗਾ ਮੁੱਦਾ, ਉਹ ਸਾਡੇ ਹਰਿਆਣੇ ਨਾਲ ਵੀ ਪੈਂਦਾ, ਦਿੱਲੀ ਨਾਲ, ਰਾਜਸਥਾਨ ਨਾਲ, ਸਾਰਿਆਂ ਨਾਲ ਪੈਂਦਾ। ਇਸ ਤਰੀਕੇ ਨਾਲ ਹੋਰ ਬਹੁਤ ਸਾਰੀਆਂ, ਹਿੰਦੀ ਦਾ ਲੈਂਗੁਏਜ ਦਾ ਮਾਮਲਾ, ਜਿਹੜੇ ਨੈਸ਼ਨਲ ਇੰਟਰਸਟ ਹੈ ਇਸ ਵੇਲੇ ਇਹ ਬਣੇ ਹੋਏ ਆ ਕਿ ਤੁਸੀਂ ਹਿੰਦੀ ਸਾਰੇ ਬੋਲਣ ਲਾ ਦਿਓ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿੱਥੇ ਸਾਨੂੰ ਰੀਜਨਲ ਪਾਰਟੀਆਂ ਨੂੰ ਉਹ ਨਹੀਂ ਸੀ ਇੰਟਰਸਟ ਆਪਣੇ ਗਿਵ ਅਪ ਕਰਨੇ ਚਾਹੀਦੇ, ਪਰ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆਉਣ ਲਈ ਉਹਨਾਂ ਨੂੰ ਮਾੜਾ ਮੋਟਾ ਕਰਨਾ ਪੈਂਦਾ। ਪਰ ਉਸ ਨੂੰ ਮੇਰਾ ਖਿਆਲ ਇੱਕ ਹਮੇਸ਼ਾ ਕ੍ਰਿਟੀਕਲ ਡਿਸਟੈਂਸ ਜ਼ਰੂਰ ਰੱਖਣਾ ਚਾਹੀਦਾ ਸੀ। ਆਪਣੀ ਜਿਹੜੀ ਪ੍ਰਤਿਭਾ ਹੈ, ਆਪਣੀ ਤੁਹਾਡੀ ਹੋਂਦ ਆ, ਤੁਸੀਂ ਉਸ ਨੂੰ ਵੀ ਸਟੇਕ ਤੇ ਲਾ ਕੇ ਨਹੀਂ ਕਰੋ, ਕਿਉਂਕਿ ਇਸ ਤਰੀਕੇ ਨਾਲ ਤੇ ਬਹੁਤ ਮੁਸ਼ਕਿਲ ਹੈ ਕਿਤੇ ਵੀ ਕਿ ਤੁਸੀਂ ਕੱਲੀ ਪਾਰਟੀ ਜਿਹੜੀ ਪੁਰਾਣਾ ਜਿਵੇਂ ਸੀਗਾ ਵੀ ਉਹ ਤੁਸੀਂ ਭਾਵੇਂ ਉਹ ਸੂਬੇ ਹੈਗੇ ਆ ਛੋਟੇ ਲੈਵਲ ਤੇ ਵੀ, ਸਗੋਂ ਤੁਸੀਂ ਕਾਰਪੋਰੇਸ਼ਨਾਂ ਜਾਂ ਲੋਕਲ ਬਾਡੀਜ਼ ਦੇ ਲੈਵਲ ਤੇ ਵੀ ਦੇਖੋ ਤੇ ਤੁਹਾਨੂੰ ਮਾੜਾ ਮੋਟਾ ਗੱਠਜੋੜ ਜਿਹੜਾ ਕਰਨਾ ਪੈਂਦਾ, ਪਰ ਉਹ ਗੱਠਜੋੜ ਦੀਆਂ ਟਰਮਸ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਸੀ ਕਿ ਜਿੱਥੇ ਤੁਹਾਡੇ ਹੱਕ ਹਕੂਕ ਕਾਇਮ ਰਹਿਣ। ਜਿਉਂ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰਾ ਕੁਝ ਪਿੱਛੇ ਛੱਡ ਕੇ ਜੋ ਉਹ ਕਹਿਣਗੇ ਤੁਸੀਂ ਆਪਣੀ ਕਾਸਟ ਦੇ ਉੱਤੇ ਤੁਸੀਂ ਉਹਨਾਂ ਨੂੰ ਦੋਗੇ, ਉਹ ਤੇ ਫਿਰ ਸਿਆਣੀ ਰਾਜਨੀਤੀ ਨਹੀਂ। ਇਹ ਖੇਤਰੀ ਪਾਰਟੀਆਂ ਨਾਲ ਇਹ ਹੋਇਆ, ਪਰ ਬਹੁਤ ਸਾਰੀ ਜਗ੍ਹਾ ਜਿਹੜੀ ਆ ਖੇਤਰੀ ਪਾਰਟੀਆਂ ਅਜੇ ਵੀ ਮਜ਼ਬੂਤ ਹੈਗੀਆਂ ਆ। ਅੱਛਾ, ਇੱਕ ਗੱਲ ਪ੍ਰੋਫੈਸਰ ਸਾਹਿਬ, ਇਸ ਸਾਰੇ ਸਮੀਕਰਨ ਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਦਾ ਕਿ ਹੋਰ ਕਿਸੇ ਦਾ ਨਫਾ ਨੁਕਸਾਨ ਹੋਇਆ ਹੋਵੇ ਨਾ ਹੋਇਆ ਹੋਵੇ? ਪੰਜਾਬ ਬੀਜੇਪੀ ਦੇ ਲਈ ਕੰਡੇ ਜ਼ਰੂਰ ਬੀਜੇ ਗਏ ਨੇ। ਕਸ਼ਮੀਰ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਭਾਸ਼ਾ ਆਊਟ ਕਰਤੀ, ਇੱਥੇ ਤੁਸੀਂ ਖੁੱਲ੍ਹੇਆਮ ਸਮਰਥਨ ਕਰਦੇ ਹੋ ਕਿਸਾਨਾਂ ਦੇ ਬਿੱਲਾਂ ਦਾ, ਫਿਰ ਤੁਸੀਂ ਕਿਸ ਮੂੰਹ ਨਾਲ ਪੰਜਾਬ ਦੇ ਲੋਕਾਂ ਜਾਂ ਪਿੰਡਾਂ ਦੇ ਵਿੱਚ ਜਾ ਪਾਓਗੇ? ਇਹਦੇ ਵਿੱਚ ਵੱਡੀ ਤਰਾਸਦੀ ਜਿਹੜੀ ਹੈ ਉਹ ਹੁਣ ਫਸਦੀ ਨਜ਼ਰ ਨਹੀਂ ਆ ਰਹੀ ਪੰਜਾਬ ਬੀਜੇਪੀ? ਦੇਖੋ, ਬੀਜੇਪੀ ਜਿਹੜੀ ਪੰਜਾਬ ਦੀ ਹੈਗੀ ਆ, ਉਹ ਜਿਹੜਾ ਇਸ ਵੇਲੇ ਜ਼ਿਆਦਾ ਭਾਵੇਂ ਮੁੱਛਾਂ ਉਹਨਾਂ ਦੀਆਂ ਨਹੀਂ, ਜਿਹੋ ਜਿਹੇ ਮੁੱਛਾਂ ਵਾਲੇ ਜਿਹੜੇ ਆ ਉਹ ਤਾਂ ਇਸ ਗੱਲ ਤੇ ਨਹੀਂ ਫਿਰਦੇ ਆ ਕਿ ਬਹੁਤ ਸਾਰੀ ਜਿਹੜੀ ਸਿੱਖ ਪਿੰਡਾਂ ਦੇ ਵਿੱਚ ਵੀ ਹੈਗੇ ਆ, ਉਹ ਕਿਸੇ ਨਾ ਕਿਸੇ ਵੇਲੇ ਅਸੀਂ ਇਹੋ ਜਿਹਾ ਇੱਧਰੋਂ ਉੱਧਰੋਂ ਖਲਾਰਾ ਛੱਟਾ ਦੇਤਾ ਕਿ ਉਹਨੂੰ ਅਸੀਂ ਆਪਣੀ ਬੁੱਕਲ 'ਚ ਲੈ ਲਾਂਗੇ। ਉਹ ਇਸ ਗੱਲ ਤੇ ਇੰਨਾ ਸੌਖਾ ਲੱਗ ਰਿਹਾ ਤੁਹਾਨੂੰ ਇਹ ਮੌਜੂਦਾ ਸਮੀਕਰਨਾਂ ਨੂੰ ਧਿਆਨ 'ਚ ਰੱਖਦੇ ਹੋਇਆ? ਇਹ ਸੌਖਾ ਹੈ ਵੀ ਆ ਤੇ ਨਹੀਂ ਵੀ। ਇਹ ਸਾਰੇ ਦਾ ਸਾਰਾ ਇਸ ਗੱਲ ਤੇ ਡਿਪੈਂਡ ਕਰੂਗਾ ਕਿ ਅਕਾਲੀ ਦਲ ਹੁਣ ਪਿਉਂਤੜਾ ਕੀ ਲੈਂਦਾ। ਅਕਾਲੀ ਦਲ ਨੇ ਜਦੋਂ ਵਾਕਆਊਟ ਕਰੇ ਦਿੱਤਾ, ਦੇਖੋ ਜਿਸ ਢੰਗ ਨਾਲ ਹੋਇਆ ਆ, ਮੈਨੂੰ ਕੋਈ ਬਹੁਤਾ ਚੰਗਾ ਨਹੀਂ ਲੱਗਾ ਕਿ ਤੂੰ ਰਾਤ ਨੂੰ ਹਰਸਿਮਰਤ ਕੌਰ ਜਿਹੜੇ ਦਿੰਦੇ ਆ ਰੈਜ਼ਿਗਨੇਸ਼ਨ ਦਿੰਦੇ, ਸਵੇਰੇ 6 ਵਜੇ ਤੱਕ ਟਵੀਟ ਕਰਕੇ ਦੱਸ ਵੀ ਦਿੱਤਾ ਜਾਂਦਾ ਕਿ ਤੁਹਾਡਾ ਰੈਜ਼ਿਗਨੇਸ਼ਨ ਐਕਸੈਪਟ ਜਿਹੜਾ। ਇਹ ਇੱਕ ਐਡੀ ਪੁਰਾਣੀ ਪਾਰਟੀ ਨੂੰ ਜਿਹਦੇ ਨਾਲ ਇੰਨਾ ਜ਼ਿਆਦਾ ਲਿੰਕ ਰਿਹਾ ਸੀ, ਇਸ ਤਰੀਕੇ ਇਹ ਕੋਈ ਤਰੀਕਾ ਨਹੀਂ ਸੀ।
ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਤੇ ਹੁਣ ਫੈਸਲਾ ਕਰਨਾ ਚਾਹੀਦਾ ਹੈ, ਸਮਝ ਲੈਣਾ ਚਾਹੀਦਾ ਇਸ ਗੱਲ ਤੋਂ ਕਿ ਹੁਣ ਇਹ ਲੜਾਈ ਆਮਣੇ ਸਾਹਮਣੇ ਹੋਣੀ ਹੈ। ਜਿੰਨੀ ਛੇਤੀ ਇਹ ਆਮਣੇ ਸਾਹਮਣੇ ਲੜਾਈ ਦਾ ਇਹ ਹੋ ਜਾਊਗਾ, ਜਦੋਂ ਵੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਜਾਂ ਕਿੱਦਾਂ ਹੁੰਦੀ ਹੈ, ਉਹ ਕਲੀਅਰਲੀ ਹੋ ਜਾਊਗਾ। ਜਿਹੜੇ ਲੋਕ ਹੁਣ ਸ਼ੱਕ ਸੁਭਾ ਕਰ ਰਹੇ ਆ, ਨਹੀਂ ਜੀ ਅੰਦਰੋਂ ਅੰਦਰ ਹੀ ਕੋਈ ਗੱਲ ਹੋਣੀ ਆ, ਨਹੀਂ ਜੀ ਇਹ ਕੋਈ ਤਮਾਸ਼ਾ ਹੋਣਾ, ਇਹਦੇ 'ਚ ਜੀ ਕੋਈ ਕੰਸਪੀਰੇਸੀ ਹੋਣੀ ਆ, ਜਾਂ ਹੁਣ ਸਾਨੂੰ ਇਹ ਆਪਸੀ ਸਹਿਮਤੀ ਬਣੀ ਹੋਣੀ ਹੈ, ਹਾਂ, ਜਾਂ ਐਨਡੀਏ ਛੱਡ ਕੇ ਦੱਸਣ ਜੀ, ਉਹ ਵੀ ਜੇ ਛੁੱਟ ਜੂਗੀ ਫਿਰ ਇੰਨਾ ਵੀ ਕਾਫੀ ਨਹੀਂ ਹੋਣਾ। ਫਿਰ ਉਹਨਾਂ ਦੇ ਹੋਰ ਮੁੱਦੇ ਵੀ ਲੋਕਾਂ ਦੀਆਂ ਇਹਨਾਂ ਤੋਂ ਮੰਗ ਹੋਊਗੀ। ਚਾਹੀਦਾ ਇਹਨਾਂ ਨੂੰ ਇਹ ਕਿ ਆਪਣੇ ਅਸਲੀ ਰੂਪ 'ਚ ਜਿੰਨਾ ਛੇਤੀ, ਅਸਲੀ ਰੂਪ ਦਾ ਮਤਲਬ ਜੋ ਅਕਾਲੀ ਦਲ ਹੈ, ਬਿਲਕੁਲ ਉਹ ਗੱਲ ਕਹਿਣਗੇ ਅਸੀਂ ਕਿਸਾਨਾਂ ਨਾਲੋਂ ਪਹਿਲਾਂ। ਹਾਲਤ ਇਹ ਆ ਕਿ ਕਾਂਗਰਸ ਜਿਹੜੀ ਖੁਦ ਇਹੋ ਜਿਹੀਆਂ ਪਾਲਸੀਆਂ ਲੈ ਕੇ ਆਈ ਹੈ, ਜਿਹੜੀਆਂ ਵੀ ਪਾਲਸੀਆਂ ਅੱਜ ਆ ਉਹ ਫਾਲੋ ਤੇ ਜਿਹੜਾ ਸਾਡਾ ਆਪਣੇ APMC ਜਿਹੜੀ ਆ, ਜਿਹੜਾ ਲਾਗੂ ਕੀਤਾ, ਉਹਦੇ 'ਚ ਕੀ ਉਹਨਾਂ ਨੇ ਈ ਮਾਰਕੀਟਿੰਗ ਕਹੀ ਆ, ਪ੍ਰਾਈਵੇਟਾਂ ਨੂੰ ਉਹਨਾਂ ਨੂੰ ਉੱਥੇ ਜਗ੍ਹਾ ਦੇਣ ਦੀ ਮੰਡੀਆਂ 'ਚ ਕੀਤੀ ਹੋਈ ਆ। ਸ਼ੁਰੂਆਤ ਇਹਨਾਂ ਨੇ ਕੀਤੀ ਨਾ, ਉਹਨਾਂ ਤੇ ਉਸ ਨੂੰ ਵੱਡੇ ਸਕੇਲ ਦੇ ਉੱਤੇ ਸਾਰੇ ਇੰਡੀਆ 'ਚ ਲਾਗੂ ਕਰਤਾ, ਵੱਡੇ ਹੋਰ ਭਿਆਨਕ ਰੂਪ 'ਚ ਕੀਤਾ, ਹੋਰ ਉਹਦੇ ਨਾਲ ਵੀ ਕਰਤਾ, ਐਸੈਂਸ਼ੀਅਲ ਕਮੋਡਿਟੀਜ਼ ਵਾਲਾ ਵੀ ਕਰਤਾ, ਕੰਟਰੈਕਟ ਫਾਰਮਿੰਗ ਦਾ ਵੀ ਕਰਤਾ। ਬੋਲੀ ਜਾ ਰਹੇ ਵਿਰੋਧ 'ਚ, ਕਾਂਗਰਸ ਬੋਲੀ ਜਾ ਰਹੀ ਹੈ ਵਿਰੋਧ 'ਚ। ਨਹੀਂ, ਪਰ ਇੰਪ੍ਰੈਸ਼ਨ ਇਹ ਜਾ ਰਿਹਾ ਵੀ ਜਿਵੇਂ ਅਕਾਲੀਆਂ ਨਾਲੋਂ ਕਾਂਗਰਸ ਜ਼ਿਆਦਾ ਤਤਪਰ ਹੈ ਵਿਰੋਧ ਕਰਨ 'ਚ। ਉਹਨਾਂ ਨੇ 23 ਤਰੀਕ ਦਾ ਦਿੱਲੀ ਨੂੰ ਜਾਣ ਦਾ ਵੀ ਕਰਤਾ। ਇਸ ਗੱਲ ਨੂੰ ਅਕਾਲੀ ਦਲ ਜਿੰਨਾ ਜਲਦੀ ਸਮਝ ਲੂਗਾ ਕਿ ਉਹਨਾਂ ਦਾ ਕੰਪੀਟੀਸ਼ਨ ਸਿੱਧਾ ਆਮ ਆਦਮੀ ਪਾਰਟੀ ਜਾਂ ਹੋਰ ਕਿਸੇ ਨਾਲ ਨਹੀਂ ਹੈ, BJP ਨਾਲ ਵੀ ਨਹੀਂ ਹੈ। ਉਹਨਾਂ ਦਾ ਕੰਪੀਟੀਸ਼ਨ ਇਸ ਵੇਲੇ ਕਾਂਗਰਸ ਦੇ ਨਾਲ ਆ, ਔਰ ਕਾਂਗਰਸ ਜੇ ਉਹਨਾਂ ਨੂੰ ਆਊਟਸਮਾਰਟ ਕਰ ਦੂਗੀ ਤਾਂ ਉਹਦਾ ਫਾਇਦਾ BJP ਨੂੰ ਹੋਊਗਾ। ਇਸ ਲਈ ਉਹ ਜਿਹੜੀ ਜਗ੍ਹਾ ਆ, ਜੇ ਰੋਕਦੇ ਆ ਤੇ ਆਪ ਡਟ ਕੇ ਸਾਹਮਣੇ ਆਉਂਦੇ ਆ, ਆਪ ਇਹ ਮੋਰਚੇਬੰਦੀ ਨੂੰ ਜਿੰਨਾ ਛੇਤੀ ਇਹ ਕਿਸਾਨਾਂ ਦੇ ਨਾਲ ਖੜੇ ਹੋ ਕੇ ਦਿੱਲੀ ਵੱਲ ਮਾਰਚ ਕਰਨਾ ਜਾਂ ਜੇਲ੍ਹਾਂ ਭਰਨੀਆਂ ਜਾਂ ਜੋ ਵੀ ਕਰਨਾ ਜੇ ਸ਼ੁਰੂ ਕਰ ਦੇਣਗੇ, ਮੈਨੂੰ ਨਹੀਂ ਲੱਗਦਾ BJP ਕਿਤੇ ਲੱਭੂਗੀ। ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਹਲੇ ਤੱਕ ਜਿਹੜੀ ਆਮ ਆਦਮੀ ਪਾਰਟੀ ਦੀ ਜਾਂ ਕਾਂਗਰਸ ਦੀ ਸਿਆਸਤ ਸੀ, ਉਹਦੀ ਖੇਡ ਖਰਾਬ ਜ਼ਰੂਰ ਹੋਈ ਹੈ? ਹਲੇ ਤੱਕ ਤਾਂ ਖੁੱਲ੍ਹੇਆਮ ਕਹਿੰਦੇ ਸੀ ਵੀ ਦੇਖੋ ਅਸੀਂ ਤੁਹਾਡੇ ਨਾਲ ਖੜੇ ਹਾਂ, ਅਕਾਲੀ ਦਲ ਨਹੀਂ ਤੁਹਾਡੇ ਨਾਲ ਖੜਿਆ। ਅਕਾਲੀ ਦਲ ਨੂੰ ਵਾਰ-ਵਾਰ ਇਹ ਚੈਲੰਜ ਕਰਦੇ ਸੀ ਟੇਬਲ ਤੇ ਹੱਥ ਮਾਰ ਕੇ, ਜੇ ਤੁਹਾਡੇ 'ਚ ਦਮ ਹੈਗਾ ਤੁਸੀਂ ਬਿੱਲ ਦਾ ਵਿਰੋਧ ਕਰਕੇ ਸੰਸਦ 'ਚ ਦਿਖਾਓ, ਜੇ ਤੁਹਾਡੇ 'ਚ ਦਮ ਹੈਗਾ ਤੁਸੀਂ ਰੈਜ਼ਿਗਨੇਸ਼ਨ ਕਰਕੇ ਦਿਖਾਓ। ਉਹਨਾਂ ਨੇ ਉਹ ਦੋਵੇਂ ਚੀਜ਼ਾਂ ਕਰਕੇ ਦਿਖਾਤੀਆਂ। ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਬਣੀ ਬਣਾਈ ਖੇਡ ਤਾਂ ਥੋੜੀ ਵਿਗੜ ਗਈ ਹੁਣ ਇਹਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ? ਜ਼ਿਆਦਾਤਰ ਜਿਹੜੀ ਆਮ ਆਦਮੀ ਪਾਰਟੀ ਦੀ ਵਿਗੜੀ ਹੈ, ਕਾਂਗਰਸ ਤੇ ਕਿਉਂਕਿ ਰੂਲਿੰਗ ਹੈ ਉਹਨੂੰ ਕੰਪਨਸੇਟ ਕਰ ਲੈਂਦੀ, ਕਿਉਂਕਿ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਤਾਂ ਮੁੱਖ ਇਹੀ ਸੀ ਨਾ, ਦੇਖੋ ਜੀ ਇਹ ਨਹੀਂ ਛੱਡ ਸਕਦੇ ਕੁਰਸੀ ਕਰਕੇ ਪੰਜਾਬ ਨੂੰ, ਇਹ ਨਹੀਂ ਕੀਤਾ। ਉਹ ਜਦੋਂ ਗਈ ਤੇ ਉਹਨਾਂ ਨੂੰ ਇੱਕਦਮ ਹੁਣ ਝਟਕਾ ਲੱਗਾ ਕਿ ਹੁਣ ਕੀ ਅਸੀਂ ਕਹੀਏ, ਹੁਣ ਕੀ ਕਹੀਏ। ਕਾਂਗਰਸ ਜਿਹੜੀ ਆ ਉਹਦਾ ਇਹ ਕ੍ਰਿਟਿਸਿਜ਼ਮ ਨਹੀਂ, ਉਹਦਾ ਥੋੜਾ ਜਿਹਾ ਦੂਜੇ ਢੰਗ ਦਾ ਸੀਗਾ। ਪਰ ਮੈਨੂੰ ਲੱਗਦਾ ਕਾਂਗਰਸ ਅਜੇ ਤੱਕ ਹੁਣ ਉਹਨੂੰ ਵੀ ਇਸ ਚੀਜ਼ ਦਾ ਕਾਫੀ ਇੱਕ ਨਵੇਂ ਰੂਪ ਦੇ ਵਿੱਚ ਸਾਹਮਣਾ ਕਰਨਾ ਪਊਗਾ, ਕਿਉਂਕਿ ਜੇ ਅਕਾਲੀ ਦਲ ਸਿੱਧਾ ਜਿੰਨੇ ਤਿੱਖੇ ਰੂਪ ਦੇ ਵਿੱਚ ਜੇ ਸਾਹਮਣੇ ਆਉਂਦਾ ਤਾਂ ਉਹਦੇ 'ਚ ਕਾਂਗਰਸ ਜਿਹੜਾ ਚੁੱਪ-ਚਪੀਤੇ ਕਰਨਾ ਪੈਣਾ। ਜਿਹੜਾ 23 ਤਰੀਕ ਦਾ ਕੀਤਾ, ਮੈਂ ਅੱਜ ਵੀ ਗੱਲ ਕਹਿਣਾ, ਉਹ ਕੀਤਾ ਹੀ ਇਸੇ ਗੱਲ ਦੇ ਕਿ ਇਦੋਂ ਪਹਿਲਾਂ ਕਿ ਜੇ ਅਕਾਲੀ ਦਲ ਤੇ ਹੋਰ ਜਿਹੜੇ ਬਾਕੀ ਦੇ ਨੇ 25 ਨੂੰ ਕਰਨਾ, ਉਹ 23 ਨੂੰ ਚੱਲਣ ਲੱਗ ਪਏ। ਇਸ ਕਰਕੇ ਕਿ ਅਸੀਂ ਕਿਸਾਨਾਂ ਨੂੰ ਇਹ ਮੈਸੇਜ ਦੇ ਪਾਈਏ ਕਿ ਅਸੀਂ ਕਿਸਾਨਾਂ ਨਾਲੋਂ ਵੀ ਪਹਿਲਾਂ ਹੇਤੂ ਹੈਗੇ ਆ, ਔਰ ਅਕਾਲੀ ਦਲ ਅਜੇ ਆਪਣੀਆਂ ਮੀਟਿੰਗਾਂ ਕਰਦਾ ਫਿਰਦਾ ਹੋਊਗਾ। ਇਸ ਲਈ ਇਸ ਗੱਲ ਦਾ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਜ਼ਰੂਰ ਕਰਨਾ ਪਊਗਾ। ਤੇ ਉਹ ਮੈਨੂੰ ਲੱਗਦਾ ਕਿ ਭਾਵੇਂ ਜਿੰਨਾ ਮਰਜ਼ੀ ਵੀ ਕਾਰਨ, ਜਦੋਂ ਦਬਾਅ ਦਿੱਲੀ ਦੇ ਵਿੱਚੋਂ ਅਮਰਿੰਦਰ ਸਿੰਘ ਹੋਣਾ ਤੇ ਆਉਣਾ, ਜਿਹੜਾ ਕਿ ਲਗਾਤਾਰ ਆਉਂਦਾ ਹੀ ਹੈ, ਤੇ ਉਹਨਾਂ ਦੇ ਜਿਹੜਾ ਤਿੱਖਾ ਪਾਣਿਆ ਉਹ ਜਿਹੜਾ ਇੱਕਦਮ ਦੂਜੇ ਪਾਸੇ ਨੂੰ ਹਵਾ ਨਿਕਲੂਗੀ। ਠੀਕ ਹੈ ਖਾਲਿਦ ਸਾਹਿਬ, ਜਦੋਂ ਆਪਾਂ ਪਹਿਲਾਂ ਵੀ ਬੜੀ ਵਾਰ ਚਰਚਾ ਸੀ ਕੀਤੀ ਕਿ ਘੱਟ ਗਿਣਤੀਆਂ ਦਾ ਭਰੋਸਾ ਕਾਇਮ ਰੱਖਣਾ ਬੜਾ ਜ਼ਰੂਰੀ ਹੈ, ਜਿਹੜਾ ਡਗਮਗਾਇਆ ਬੇਭਰੋਸਗੀ ਰਹੀ ਹੈ। ਪਰ ਹਰ ਵਾਰ NDA ਦੇ ਕੋਲ ਇਹ ਕਹਿਣ ਨੂੰ ਹੁੰਦਾ ਸੀਗਾ ਕਿ ਘੱਟ ਗਿਣਤੀਆਂ ਦਾ ਸਾਡੇ ਤੇ ਭਰੋਸਾ ਪੂਰਾ। ਤੁਸੀਂ ਦੇਖ ਲਓ, ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਲੈ ਕੇ ਚੱਲਦੇ ਹਾਂ, ਜਿਹੜੀ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਨੁਮਾਇੰਦਗੀ ਕਰਦੀ ਹੈ। ਤੁਸੀਂ ਹੋਰਨਾਂ ਪਾਰਟੀਆਂ ਨੂੰ ਦੇਖ ਲਓ, ਪਰ ਜਦੋਂ ਇੱਕ ਘੱਟ ਗਿਣਤੀਆਂ ਦੀ ਤਰਜਮਾਨੀ ਕਰਨ ਵਾਲਾ ਉਹ ਦਲ ਜਿਹੜਾ ਹਰ ਚੰਗੇ ਮਾੜੇ ਸਮੇਂ 'ਚ ਤੁਹਾਡੇ ਨਾਲ ਰਿਹਾ, ਜਦੋਂ ਉਹ ਨਿਕਲ ਜਾਂਦਾ ਤਾਂ ਰੱਤੀ ਪਰ ਫਰਕ ਨਹੀਂ ਪੈਂਦਾ। ਦੇਖੋ ਇਸ ਵੇਲੇ ਸਿਚੁਏਸ਼ਨ ਇਹ ਹੈਗੀ ਹੈ ਕਿ ਅਗਰ ਤੁਸੀਂ ਸੈਂਟਰ ਦੀ ਕਿਸੇ ਵੀ ਪਾਲਿਸੀ ਦੀ ਵਿਰੋਧਤਾ ਕਰੋਗੇ, ਉਹ ਕਹਿਣਗੇ ਅਸੀਂ ਤਾਂ ਨੈਸ਼ਨਲ ਇੰਟਰਸਟ ਕਰ ਰਹੇ ਹਾਂ, ਤੁਸੀਂ ਜੇ ਕਹਿ ਰਹੇ ਹੋ ਤਾਂ ਐਂਟੀ ਨੈਸ਼ਨਲ ਹੈ। ਇੱਕ ਨੈਰੇਟਿਵ ਜਿਹੜਾ ਹੈਗਾ ਕ੍ਰੀਏਟ ਕੀਤਾ ਗਿਆ। ਇਹ ਨੈਰੇਟਿਵ ਇਹ ਹੈਗਾ, ਚਾਹੇ ਕੋਈ ਮਾਈਨੋਰਟੀ ਦੇ ਹੱਕ ਦੇ ਵਿੱਚ ਗੱਲ ਕਰੇ, ਚਾਹੇ ਉਹ ਗੱਲ ਕਰੇ ਆਪਣੇ ਸਟੇਟ ਦੇ ਬਾਰੇ, ਚਾਹੇ ਕੋਈ ਰੀਜਨਲ ਨੈਰੇਟਿਵ ਕਾਊਂਟਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੇ, ਉਹ ਕਹਿੰਦਾ ਯਾਰ ਤੂੰ ਤਾਂ ਐਂਟੀ ਨੈਸ਼ਨਲ ਹੈ। ਔਰ ਇੱਕ ਜਿਹੜਾ ਉਹਨਾਂ ਦਾ ਪੂਰਾ ਆਰਮੀ ਹੈ ਜਿਹੜੀ ਆਪਣੇ ਉਹਦੇ WhatsApp ਤੇ ਉਹਦੇ ਤੇ ਉਹਨੂੰ ਮਗਰ ਪਾ ਦਿੰਦੇ ਆ ਬੰਦੇ ਦੇ ਹਜ਼ਾਰਾਂ ਲੱਖਾਂ ਟਵੀਟ ਕਰਕੇ, ਔਰ ਉਹਦੇ ਖਿਲਾਫ ਕੇ ਵੀ ਬੰਦਾ ਉਹੀ ਦਬ ਕੇ ਰਹਿ ਜਾਂਦਾ ਵੀ ਮੇਰੇ ਤਾਂ ਬਹੁਤ ਜ਼ਿਆਦਾ ਟ੍ਰੋਲਿੰਗ ਕਰਤੀ। ਉਹ ਚੀਜ਼ ਜਿਹੜੀ ਹੈ ਹੋ ਰਹੀ ਹੈ। ਹੁਣ ਜਿੱਥੇ ਤੱਕ ਸਵਾਲ ਹੈ ਮਾਈਨੋਰਟੀਜ਼ ਦਾ ਸਵਾਲ ਹੈ, ਇਹ ਜਿਹੜੀ ਸਰਕਾਰ ਹੈ ਔਰ ਜਿਸ ਤਰੀਕੇ ਦੇ ਜਿਸ ਆਈਡੀਓਲੋਜੀ 'ਚ ਇਹ ਸਰਕਾਰ ਨਿਕਲ ਕੇ ਅੱਗੇ ਆਈ ਹੈ,
ਉਹਦੇ ਵਾਸਤੇ ਮਾਈਨੋਰਟੀਜ਼ ਕੋਈ ਮੀਨਿੰਗ ਨਹੀਂ ਰੱਖਦੀਆਂ। ਉਹਦੇ ਵਾਸਤੇ ਜਿਹੜਾ ਹੈਗਾ ਸਵਰਨ ਜਿਹੜਾ ਹੈਗਾ ਉਹੀ ਰੂਲ ਕਰ ਸਕਦਾ, ਉਹਨੂੰ ਇਹ ਰੂਲ ਕਰਨਾ ਚਾਹੀਦਾ ਹੈ। ਬਾਕੀ ਜਿਹੜੇ ਹੈਗੇ ਆ ਉਹ ਰਹਿਣ ਇੱਥੇ ਡਿਪੈਂਡੈਂਟ ਹੋ ਕੇ ਰਹਿਣ, ਉਹਨਾਂ ਦੇ ਜਿਹੜੇ ਰਾਈਟਸ ਹੈ ਹੋਰ ਹੈ ਉਹ ਅਸੀਂ ਡਿਸਾਈਡ ਕਰਾਂਗੇ, ਉਹ ਨਹੀਂ ਡਿਸਾਈਡ ਕਰ ਸਕਦੇ, ਉਹਨਾਂ ਦਾ ਕੋਈ ਅਖਤਿਆਰ ਨਹੀਂ ਹੈ। ਇਸ ਚੀਜ਼ ਨੈਰੇਟਿਵ ਦੇ ਮੁਤਾਬਕ ਜਿਹੜਾ ਹੈਗਾ ਅੱਜ ਦੀ ਸਥਿਤੀ ਦੇ ਵਿੱਚ ਚਾਹੇ ਉਹ ਸਿੱਖ ਹੈ, ਚਾਹੇ ਮੁਸਲਿਮਸ ਹੈ, ਚਾਹੇ ਕ੍ਰਿਸਚੀਅਨਸ ਹੈ ਜਾਂ ਦੂਸਰੇ ਹੈ, ਉਹਨਾਂ ਦੇ ਅੰਦਰ ਜਿਸ ਤਰੀਕੇ ਦੇ ਨਾਲ ਪੈਨੀਟ੍ਰੇਸ਼ਨ ਹੋ ਰਹੀ ਹੈ RSS ਵੱਲੋਂ, ਜਿਵੇਂ ਕਿ ਨਵੇਂ ਜਿਹੜੇ ਹੈਗੇ ਆ ਸਿੱਖ ਮੰਚ ਔਰ ਉਹ ਸਾਰਾ ਕੁਝ ਕ੍ਰੀਏਟ ਕੀਤਾ ਜਾ ਰਿਹਾ, ਜਿਹਦੇ ਨਾਲ ਹੈਗਾ ਉਹ ਪੈਨੀਟ੍ਰੇਸ਼ਨ ਇਸੇ ਕਰਕੇ ਹੈ ਵੀ ਉਹਨਾਂ ਦੇ ਅੰਦਰ ਇੱਕ ਕੈਡਰ ਕ੍ਰੀਏਟ ਕਰ ਦਈਏ ਜਿਹੜਾ ਕਿ ਉਹਨਾਂ ਦੇ ਨੈਰੇਟਿਵ ਨੂੰ ਕਾਊਂਟਰ ਕਰੇ ਕਿ ਨਹੀਂ ਤੁਸੀਂ ਆਪਣੇ ਹੀ ਬੰਦਿਆਂ ਨੂੰ ਕਹੋ ਨਹੀਂ ਤੁਸੀਂ ਗਲਤ ਹੋ, ਉਹ ਠੀਕ ਹੈ, ਉਹ ਨੈਸ਼ਨਲ ਇੰਟਰਸਟ ਹੈ, ਤੁਹਾਡਾ ਰੀਜਨਲ ਇੰਟਰਸਟ ਹੈ ਜਾਂ ਲੋਕਲ ਇੰਟਰਸਟ ਹੈ ਜਿਹੜਾ ਕਿ ਨੇਸ਼ਨ ਦੇ ਖਿਲਾਫ ਹੈ। ਉਸ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਅੱਜ ਦੀ ਜਿਹੜੀ ਸਰਕਾਰ ਹੈ ਉੱਥੇ ਸੈਂਟਰ ਦੇ ਵਿੱਚ, ਅੱਜ ਦਾ ਜਿਹੜਾ ਔਰ ਜਿਹੜੀ ਸਰਕਾਰ ਗਾਈਡ ਹੋ ਰਹੀ ਹੈ ਜਿਸ ਆਈਡੀਓਲੋਜੀ ਦੇ ਮੁਤਾਬਕ, ਉਹਦੇ ਮੁਤਾਬਕ ਮਾਈਨੋਰਟੀਜ਼ ਸਿੱਖ ਤਾਂ ਹੈਗੀ 2-2.5%, ਤੁਸੀਂ ਦੇਖੋ ਵੀ 15% ਮੁਸਲਿਮਸ ਹੈ ਜਾਂ 2.5% 2% ਕ੍ਰਿਸਚੀਅਨਸ ਹੈ ਜਾਂ ਹੋਰ ਹੈ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਉਹਨਾਂ ਦਾ ਉਹੀ ਨੈਰੇਟਿਵ ਹੈ ਜਿਹੜਾ ਲੈ ਕੇ ਅੱਗੇ ਵਧੇ, ਔਰ ਉਹ ਅੱਜ ਨਹੀਂ ਅੱਗੇ ਵਧੇ, ਉਹ ਪਿਛਲੇ 70 ਸਾਲ ਤੋਂ ਇਹਦੇ ਪਰ ਮਗਰ ਲੱਗੇ ਹੋਏ ਸੀਗੇ, ਅੱਜ ਉਹ ਕਾਮਯਾਬ ਹੋ ਗਏ, ਅੱਜ ਉਹ ਕਾਮਯਾਬ। ਠੀਕ ਹੈ, ਇੱਕ ਗੱਲ ਖਾਲਿਦ ਸਾਹਿਬ, ਜੇਕਰ ਤੁਸੀਂ ਅਕਾਲੀ ਦਲ ਦੇ ਇਤਿਹਾਸ ਤੇ ਨਜ਼ਰ ਪਾਓ ਤਾਂ ਆਲਮੋਸਟ ਅਸੀਂ ਜਦੋਂ ਨਜ਼ਰ ਪਾਉਂਦੇ ਆ ਤਾਂ ਉਹ ਅਗੇਂਸਟ ਦਿੱਲੀ, ਅਗੇਂਸਟ ਕੇਂਦਰ, ਇਹਦੇ ਤੇ ਫੋਕਸ ਜ਼ਿਆਦਾ ਰਿਹਾ ਔਰ ਕਾਮਯਾਬ ਵੀ ਹੁੰਦਾ ਰਿਹਾ। ਔਰ ਜਦੋਂ ਤੁਸੀਂ ਕੇਂਦਰ ਦੇ ਨਾਲ ਅਲਾਈਅੰਸ ਦੇ ਵਿੱਚ ਜੁੜਦੇ ਰਹੇ ਹੋ, ਤੁਹਾਡਾ ਫਾਇਦਾ ਘੱਟ, ਨੁਕਸਾਨ ਜ਼ਿਆਦਾ ਹੋਇਆ, ਪਾਰਟੀ ਦਾ ਨੁਕਸਾਨ ਜ਼ਿਆਦਾ ਹੋਇਆ, ਹੱਕ ਹਕੂਕ ਦੀ ਗੱਲ ਜ਼ਿਆਦਾ ਨਹੀਂ ਹੋ ਪਾਈ। ਹੁਣ ਜਦੋਂ ਤੁਹਾਡੇ ਕੋਲ ਤਲਵਾਰ ਇਹ ਆ ਗਈ ਕਿ ਹੁਣ ਦਿੱਲੀ ਤੇ ਕੇਂਦਰ ਦੇ ਨਾਲ ਸਾਡੀ ਲੜਾਈ ਹੈ, ਅਸੀਂ ਇਹਨਾਂ ਹੱਕਾਂ ਲਈ ਖੜਾਂਗੇ, ਉਹਦਾ ਫਰਕ ਪਏਗਾ ਕਿ ਨਹੀਂ ਪਏਗਾ? ਮੈਂ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਪਹਿਲੀ ਸਰਕਾਰ ਬਣੀ ਐਮਰਜੈਂਸੀ ਤੋਂ ਬਾਅਦ, ਸਰਕਾਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਜੂਕੇਸ਼ਨ ਮਿਨਿਸਟਰ, ਉਹ ਬਣੇ ਐਗਰੀਕਲਚਰ ਮਿਨਿਸਟਰ, ਕੁਝ ਦਿਨ ਬਾਅਦ ਹੀ ਛੱਡ ਕੇ ਆ ਗਏ। ਉਹ ਕਹਿੰਦੇ ਮੇਰਾ ਤਾਂ ਠੀਹਾ ਜਿਹੜਾ ਹੈਗਾ ਉਹ ਸਟੇਟ ਹੈ, ਮੈਂ ਸਟੇਟ ਦੇ ਵਿੱਚ ਰਹੂੰਗਾ, ਉੱਥੇ ਮੈਨੂੰ ਕੌਣ ਪੁੱਛਦਾ, ਉੱਥੇ ਤਾਂ ਉਹ ਤੁਸੀਂ ਕਾਫੀ ਦੇ ਵਿੱਚੋਂ ਇੱਕ ਹੋ, ਇੱਥੇ ਤੁਸੀਂ ਇਕੱਲੇ ਹੋ। ਉਹ ਜਿਹੜੇ ਇਕੱਲੇ ਹੋ ਉਹ ਇਸ ਕਰਕੇ ਹੈ ਕਿਉਂਕਿ ਫੈਡਰਲ ਸਟਰਕਚਰ ਜਿਹੜਾ ਸਾਡਾ ਸਟਰਕਚਰ ਹੈ ਉਹਦੇ ਵਿੱਚ ਜਿਹੜੀ ਰੀਜਨਲ ਇੰਟਰਸਟ ਦੀ ਤੁਸੀਂ ਨੁਮਾਇੰਦਗੀ ਕਰਦੇ ਸੀਗੇ ਔਰ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੋਲੀਟੀਕਲੀ ਖੜਾ ਵੀ ਰੱਖਦੇ ਸੀਗੇ। ਲੇਕਿਨ ਜਿਸ ਵੇਲੇ ਤੁਸੀਂ ਕਿਹਾ ਵੀ ਅੱਛਾ ਅਸੀਂ ਵੀ ਚਲੋ ਉਹਦਾ ਪਾਰਟ ਬਣ ਜੰਨੇ ਆ, ਅਸੀਂ ਵੀ ਸਾਨੂੰ ਵੀ ਕੁਰਸੀਆਂ ਜਿਹੜੀਆਂ ਹੈਗੀਆਂ ਲੈਣ ਦਾ ਮੌਕਾ ਮਿਲ ਗਿਆ ਕੇਂਦਰ ਦੇ ਵਿੱਚ, ਜਦ ਤੁਸੀਂ ਉਧਰ ਤੁਸੀਂ ਆਪਣੇ ਇੱਕ ਕੰਫਰਟ ਜ਼ੋਨ 'ਚ ਚਲੇ ਗਏ। ਉਹ ਕੰਫਰਟ ਜ਼ੋਨ ਦੇ ਵਿੱਚ ਕੀ ਹੋਇਆ, ਤੁਸੀਂ ਭੁੱਲ ਗਏ ਵੀ ਤੁਹਾਡਾ ਇਤਿਹਾਸ ਵਿਰਸਾ ਕੀ ਸੀਗਾ। ਵਿਰਸਾ ਸੀਗਾ ਫੈਡਰਲਿਜ਼ਮ ਨੂੰ ਮਜ਼ਬੂਤ ਕਰਨਾ। ਤੁਸੀਂ ਫੈਡਰਲਿਜ਼ਮ ਨੂੰ ਮਜ਼ਬੂਤ ਕਰਨ ਦੀ ਬਜਾਏ ਉਹ ਤਾਕਤਾਂ, ਨੈਸ਼ਨਲ ਪਾਰਟੀਆਂ ਕਦੇ ਵੀ ਫੈਡਰਲ ਸਟਰਕਚਰ ਨੂੰ ਉਹ ਨਹੀਂ ਕਰ, ਨੈਸ਼ਨਲ ਪਾਰਟੀਆਂ ਹਮੇਸ਼ਾ ਕੇਂਦਰ ਨੂੰ ਮਜ਼ਬੂਤ ਰੱਖਣਾ ਚਾਹੁੰਦੀਆਂ ਹਨ। ਇਸ ਕਰਕੇ ਉਹਨਾਂ ਦੇ ਨਾਲ ਰਲ ਗਏ, ਉਹਨਾਂ ਦੇ ਨਾਲ ਰਲ ਗਏ, ਤੁਸੀਂ ਆਪਣਾ ਅਸਤਿਤਵ ਭੁੱਲਦੇ ਚਲੇ ਗਏ। ਔਰ ਹੁਣ ਉਹ ਟਾਈਮ ਆ ਗਿਆ ਕਿ ਤੁਸੀਂ ਆਪਣਾ ਅਸਤਿਤਵ ਯਾਦ ਕਰੋ, ਨਹੀਂ ਕਰੋਗੇ ਫਿਰ ਬਿਲਕੁਲ ਖਤਮ ਹੋ ਜਾਊਗਾ। ਕਿਉਂਕਿ ਇਹ ਮੈਨੂੰ ਲੱਗਦਾ ਕਿ ਜਿਹੜਾ ਹੁਣ ਮੌਕਾ ਜਿਹਨੂੰ ਤੁਸੀਂ ਪੋਜ਼ਿਟਿਵ ਲੋ ਜਾਂ ਨੈਗੇਟਿਵ ਲੋ, ਇਹ ਤੁਹਾਡੇ ਵਾਸਤੇ ਮੌਕਾ ਹੈ। ਇਹ ਇੱਕ ਮੈਂ ਤੁਹਾਨੂੰ ਦੱਸਦਾ ਜੀ, ਮੈਂ ਕਪੂਰੀ ਦੇ ਮੋਰਚੇ ਵੇਲੇ ਜਿਸ ਵੇਲੇ SYL ਦਾ ਨੀਂਹ ਪੱਥਰ ਰੱਖਿਆ, ਮੈਂ ਉੱਥੇ ਸੀਗਾ ਉਸ ਵੇਲੇ, ਮੈਂ ਪੰਜਾਬ ਗਵਰਨਮੈਂਟ 'ਚ ਨੌਕਰੀ ਕਰਦਾ ਸੀਗਾ ਉਸ ਵੇਲੇ, ਆਈ ਵਾਜ਼ ਅ ਯੰਗ ਚਾਈਲਡ। ਉਸ ਵੇਲੇ ਤੋਂ ਲੈ ਕੇ ਮੈਂ ਅਕਾਲੀ ਦਲ ਦੀ ਪੰਜਾਬ ਦੀ ਜਿੰਨੀ ਵੀ ਨਬਜ਼ ਹੈ ਪੋਲੀਟੀਕਲ, ਉਹਨੂੰ ਦੇਖਦਾ ਚੱਲਿਆ ਆ ਰਿਹਾ ਤੇ ਮੈਂ ਇਹ ਦੇਖਦਾ ਕਿ ਉਸ ਵੇਲੇ ਜਿਹੜਾ ਕਪੂਰੀ ਦਾ ਮੋਰਚਾ ਲੱਗਿਆ, ਉਸ ਤੋਂ ਬਾਅਦ ਜੋ ਕੁਝ ਹੋਇਆ, ਜੇ ਬੇਸ਼ੱਕ ਉਹਦੇ ਵਿੱਚ ਕੁਝ ਮੰਦਭਾਗਾ ਦੌਰ ਵੀ ਆਇਆ, ਲੇਕਿਨ ਅਕਾਲੀ ਦਲ ਇੱਕ ਮਜ਼ਬੂਤ ਰੀਜਨਲ ਪੋਲੀਟੀਕਲ ਪਾਰਟੀ ਬਣ ਕੇ ਖੜਾ ਹੈ, ਜਿਹਦੀ ਰਿਸਪੈਕਟ ਇਸ ਕਰਕੇ ਸੀਗੀ ਕਿ ਉਹ ਇੱਕ ਮਜ਼ਬੂਤ ਰੀਜਨਲ ਪੋਲੀਟੀਕਲ ਪਾਰਟੀ ਹੈ। ਔਰ ਅਗਰ ਉਹ ਤੁਹਾਡਾ ਜਿਹੜਾ ਹੈਗਾ ਖਤਮ ਹੋ ਗਿਆ ਉਹ ਨੈਰੇਟਿਵ, ਤਾਂ ਕੀ ਹੋਊਗਾ, ਤੁਸੀਂ ਸੈਂਟਰ ਦੇ ਵਿੱਚ ਜਿਵੇਂ ਕਿ ਇੱਕ ਬਾਲਟੀ ਦੇ ਵਿੱਚ ਨਾ ਜੇ ਡੱਬਾ ਪਾ ਦਈਏ ਤਾਂ ਡੱਬੇ ਦਾ ਪਾਣੀ ਜਿਹੜਾ ਹੈਗਾ ਬਾਲਟੀ 'ਚ ਰਲ ਕੇ ਖਤਮ ਹੋ ਜਾਊਗਾ। ਸੇਮ ਇਜ਼ ਦਾ ਇੱਥੇ ਵੀ ਉਹੀ ਚੀਜ਼ ਹੈ। ਉਸ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀਜ਼ ਹੈ, ਔਰ ਮੈਂ ਤੁਹਾਨੂੰ ਦੱਸਦਾ ਜਿਸ ਤਰੀਕੇ ਦੇ ਨਾਲ ਨੈਸ਼ਨਲ ਕਾਂਗਰਸ ਨੂੰ ਵੀ ਰੋਕਿਆ था ਰੀਜਨਲ ਪੋਲੀਟੀਕਲ ਪਾਰਟੀਜ਼ ਨੇ, ਬਿਲਕੁਲ BJP ਨੂੰ ਵੀ ਰੋਕਣਗੀਆਂ ਰੀਜਨਲ ਪੋਲੀਟੀਕਲ ਪਾਰਟੀਜ਼, ਲੇਕਿਨ ਉਹ ਤਦ ਹੀ ਪੋਸੀਬਲ ਹੈ ਜੋ ਰੀਜਨਲ ਇੰਟਰਸਟ ਨੂੰ ਸਟਰੋਂਗਲੀ ਫੜ ਕੇ ਰੱਖਣਗੇ। ਕਿਉਂਕਿ ਜਦੋਂ ਰੀਜਨਲ ਲੋਕ ਤੁਹਾਡੇ ਨਾਲ ਜੁੜਨਗੇ ਤਾਂ ਹੀ ਤੁਹਾਡੀਆਂ ਪਾਰਟੀਆਂ, ਤਾਂ ਹੀ ਤੁਹਾਡੀ ਪਾਰਟੀ ਮਜ਼ਬੂਤ। ਪ੍ਰੋਫੈਸਰ ਮਨਜੀਤ ਸਿੰਘ ਜੀ, ਆਮ ਤੌਰ ਤੇ ਕਿਹਾ ਜਾਂਦਾ ਕਿ ਪੰਜਾਬ ਦੀ ਸਿਆਸਤ ਪੂਰੇ ਮੁਲਕ ਨਾਲੋਂ ਵੱਖਰੀ ਹੈ ਔਰ ਹੁਣ ਤਾਂ ਹੋਰ ਜ਼ਿਆਦਾ ਵੱਖਰੀ ਨਜ਼ਰ ਆ ਰਹੀ ਹੈ। ਤੁਹਾਡੇ ਕੋਲ ਇੱਥੇ ਕਾਂਗਰਸ ਵੀ ਹੈ, ਇੱਥੇ ਆਮ ਆਦਮੀ ਪਾਰਟੀ ਵੀ ਹੈ, ਅਕਾਲੀ BJP ਗੱਠਜੋੜ ਸੀਗਾ, ਹੁਣ ਅਕਾਲੀ ਵੀ ਹੈ ਤੇ ਤੁਹਾਡੇ ਕੋਲ BJP ਵੀ ਹੈ ਤੇ 2022 ਦੀ ਇਲੈਕਸ਼ਨ ਵੀ ਆਉਣ ਵਾਲੀ ਹੈ। ਹੁਣ ਤੁਹਾਨੂੰ ਲੱਗਦਾ ਨਹੀਂ ਹੈ ਕਿ ਜਿੰਨੀ ਇੰਟਰਸਟਿੰਗ ਇਹ ਇਲੈਕਸ਼ਨ ਰਹਿਣ ਵਾਲੀ ਹੈ ਉਸ ਤੋਂ ਵੱਧ ਇੰਟਰਸਟਿੰਗ ਪਹਿਲਾਂ ਕਦੇ ਰਹੀ ਨਹੀਂ ਹੋਣੀ? ਔਰ ਦੂਸਰੀ ਗੱਲ ਨਾਲ ਹੀ ਇਹ ਵੀ ਜੁੜਦੀ ਹੈ,
ਹਲੇ ਤਾਂ ਅਕਾਲੀ ਲਾ ਲਓ ਜਾਂ ਬੀਜੇਪੀ ਲਾ ਲਓ, ਉਹ ਲੜਦੇ ਸੀਗੇ ਕਾਂਗਰਸ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ। ਹੁਣ ਉਹਨਾਂ ਨੂੰ ਲੜਨਾ ਪੈਣਾ ਆਪਣੇ ਭਾਈਵਾਲਾਂ ਦੇ ਖਿਲਾਫ ਜਿਹੜੇ ਲੰਬਾ ਸਮਾਂ ਨਾਲ ਰਹੇ ਨੇ। ਕਿੰਨਾ ਕੁ ਮੁਸ਼ਕਲ ਲੱਗਦਾ ਹੈ? ਨਹੀਂ, ਮੈਨੂੰ ਲੱਗਦਾ ਕਿ ਦੇਖੋ, ਤੁਰੰਤ ਭਾਵੇਂ ਕੋਈ ਅਕਾਲੀ ਦਲ ਨੂੰ ਨੁਕਸਾਨ ਵੀ ਹੋ ਜਾਏ, ਪਰ ਅਕਾਲੀ ਦਲ ਨੂੰ ਇਸ ਪੋਜੀਸ਼ਨ ਦੇ ਵਿੱਚ ਲੌਂਗ ਰਨ 'ਚ ਬਹੁਤ ਜਲਦੀ ਬੜਾ ਵੱਡਾ ਫਾਇਦਾ ਹੋਊਗਾ। ਉਹਦਾ ਕਾਰਨ ਬੜਾ ਸਾਫ਼ ਹੈ, ਕਿਉਂਕਿ ਅਕਾਲੀ ਦਲ ਰੀਜਨਲ ਹਿੱਤਾਂ ਨੂੰ ਭੁੱਲ ਕੇ, ਆਪਣੇ ਉਹ ਸੰਸਕਾਰਾਂ ਨੂੰ ਵੀ ਭੁੱਲ ਕੇ, ਇੱਕ ਪਾਸੇ ਸੰਕਟ ਐਸਜੀਪੀਸੀ 'ਚ ਖੜੇ ਹੋਏ ਇਹਦੇ ਨਾਲ, ਇੱਕ ਪਾਸੇ ਪਾਰਟੀ ਦੇ ਅੰਦਰ ਕਿੱਡੇ ਵੱਡੇ ਸੰਕਟ ਖੜੇ ਹੋਏ। ਪਾਰਟੀ ਇੱਕ ਤੋਂ ਬਾਅਦ ਦੂਜੀ ਬਾਅਦ ਦੋ ਵਾਰੀ ਇਹਨਾਂ ਸਮਿਆਂ ਦੇ ਵਿੱਚ ਹੀ ਟੁੱਟ ਗਈ। ਇੱਕ ਵਾਰੀ ਟਕਸਾਲੀ ਬਣ ਗਏ, ਇੱਕ ਵਾਰੀ ਢੀਂਡਸੇ ਹੋਣੀ ਬਾਹਰ ਆ ਗਏ। ਜੇ ਰੀਜਨਲ ਇੰਟਰਸਟ ਆਪਣੀ ਕਮਾਂਡ ਤਕੜੇ ਦੇ ਤੱਟ ਤੇ ਰੱਖਦੇ, ਉਹਨਾਂ ਨੂੰ ਮੌਕਾ ਨਹੀਂ ਸੀ ਲੱਗਣਾ। ਇਸ ਕਰਕੇ ਜੇ ਹੁਣ ਵਾਪਸੀ ਇੱਥੇ ਆਪਣੇ ਪੰਜਾਬ ਦੇ ਲੋਕਾਂ ਤੇ, ਜਿਸ ਤਰ੍ਹਾਂ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਦਾ ਆਇਆ ਟਵੀਟ ਹੈ ਕਿ ਮੈਂ ਤੇ ਆਪਣੇ ਭਰਾਵਾਂ ਤੇ ਆਪਣੇ ਉਹਨਾਂ ਦੇ ਨਾਲ ਖੜੇ ਹੈਗੇ ਆ, ਪੰਜਾਬੀਆਂ ਦੇ ਨਾਲ ਖੜੇ ਹੈਗੇ ਆ, ਤੇ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ। ਉਸ ਨੂੰ ਪ੍ਰੈਕਟੀਕਲੀ ਧਰਾਤਲ ਤੇ ਜੇ ਉਤਾਰਨ ਤੇ ਐਕਚੁਅਲੀ ਜੇ ਦਿੱਲੀ ਦੇ ਵਿਰੁੱਧ ਜਿਹੜੀ ਤੁਸੀਂ ਗੱਲ ਕਹਿੰਦੇ ਆ, ਜੇ ਇਹ ਨਾਰਾ ਬਿਲਕੁਲ ਨਹੀਂ ਨਾ, ਪੰਜਾਬ ਦੀ ਆਪਣੀ ਆਇਡੈਂਟੀਟੀ ਇਹੋ ਜਿਹੀ ਬਣੀ ਹੋਈ ਹੈ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਜੇ ਹੁਣ ਹਿੰਦ ਪੰਜਾਬ ਦਾ ਜੇ ਉੱਥੇ ਪੰਨੂ ਬੈਠਾ ਕਰੀ ਜਾਂਦਾ, ਜੇ ਇਹ ਇੱਥੇ ਕਰਨਗੇ ਤਾਂ ਪੰਨੂ ਉਹਨਾਂ ਦੀ ਵੀ ਛੁੱਟੀ ਹੋਊਗੀ। ਜਾਣੀ ਬਹੁਤ ਸਾਰੀਆਂ ਮੁਸੀਬਤਾਂ ਦੀ ਹੱਲ ਇਸ ਦੇ ਬਾਹਰ ਆਉਣ ਦੇ ਨਾਲ ਆ। ਪਰ ਇਸ ਗੱਲ ਤੇ ਮਨਸਰ ਕਰਦਾ ਕਿ ਕਿੰਨੀ ਛੇਤੀ, ਕਿੰਨੇ ਮਤਲਬ ਦਲੇਰੀ ਦੇ ਨਾਲ ਔਰ ਕਿੰਨੀ ਕਲੈਰਿਟੀ ਦੇ ਨਾਲ ਹੁਣ ਡਾਵਾਂਡੋਲਤਾ ਜੇ ਦਿਖਾ ਲੈਣਗੇ ਤੇ ਬਿਲਕੁਲ ਪਾਸੇ ਉਧਰੋਂ ਤਾਂ ਗਏ, ਇਧਰੋਂ ਵੀ ਪੂਰੀ ਤਰ੍ਹਾਂ ਜਾਣਗੇ। ਬਿਲਕੁਲ ਡਟ ਕੇ ਐਨ ਮੁੱਖ ਕੇ ਸਾਹਮਣੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਇਹਦੇ ਨਾਲ ਕਿਸੇ ਵੀ ਪਾਰਟੀ ਦੇ ਕਾਡਰ ਵਰਕਰ ਨੂੰ ਮਜ਼ਬੂਤੀ ਨਹੀਂ ਮਿਲਦੀ। ਉਹ ਕਾਡਰ ਵਰਕਰ ਜਿਹਨੂੰ ਇਹ ਦਿਖ ਰਿਹਾ ਕਿ ਸਾਰੇ ਪੰਜਾਬ ਦੇ ਕਿਸਾਨ ਇੱਕ ਪਾਸੇ ਨੇ, ਪਰ ਮੈਨੂੰ ਆਪਣੀ ਪਾਰਟੀ ਦਾ ਲਿਹਾਜ਼ ਕਰਨਾ ਪੈ ਰਿਹਾ, ਮੈਂ ਕਿਸਾਨਾਂ ਦੇ ਨਾਲ ਖੜ ਨਹੀਂ ਸਕਦਾ। ਹੁਣ ਜਦੋਂ ਉਸ ਕਾਡਰ ਤੇ ਵਰਕਰ ਨੂੰ ਪਤਾ ਕਿ ਹੁਣ ਤੇ ਆਰ-ਪਾਰ ਦੀ ਲੜਾਈ ਹੈ, ਸਾਡੀ ਪਾਰਟੀ ਇਹਨਾਂ ਦੇ ਨਾਲ ਖੜ ਗਈ ਹੈ, ਤਾਂ ਵਰਕਰ ਨੂੰ ਵੀ ਸਾਹ ਮਿਲਦਾ, ਕਾਡਰ ਨੂੰ ਵੀ ਸਾਹ ਮਿਲਦਾ ਕਿ ਹੁਣ ਡਟ ਕੇ ਖੜ ਸਕਦੇ ਆ, ਘੱਟੋ ਘੱਟ ਮੁਕਾਬਲਾ ਕਰ ਸਕਦੇ ਆ। ਨਹੀਂ, ਬਹੁਤ ਇਹਨਾਂ ਦੀਆਂ ਵੀ ਮਤਲਬ ਹੁਣ ਟਕਸਾਲੀ ਵੀ ਜਾਂ ਢੀਂਡਸੇ ਹੋਣੀ ਵੀ ਉਹ ਸੋਚਣ ਲੱਗ ਜਾਣਗੇ। ਔਰ ਅਸੀਂ ਜਿਹੜਾ ਸ਼ੱਕ ਪ੍ਰਗਟ ਕਰਦੇ ਸੀਗੇ ਕਿਸੇ ਵੇਲੇ ਕਿ ਢੀਂਡਸਾ ਸਾਹਿਬ ਕਿੱਧਰੋਂ ਆਏ ਆ, ਕਿਹਦਾ ਇਹਨਾਂ ਨੂੰ ਥਾਪੜਾਇਆ ਜਾਂ ਹੋਰ ਦਾ, ਉਹ ਹੁਣ ਆਉਣ ਵਾਲੇ ਸਮੇਂ ਨਹੀਂ ਦਿਖੂਗਾ, ਪਤਾ ਲੱਗ ਜੂਗਾ ਵੀ ਕਿੱਧਰ ਜਾਣਾ। ਹੁਣ ਤੁਸੀਂ ਅਕਾਲੀਆਂ ਦੇ ਨਾਲ ਖੜੇ ਹੋਣਾ, ਰੀਜਨਲ ਇੰਟਰਸਟ ਦੇ ਨਾਲ ਖੜੇ ਹੋਣਾ ਜਿਹੜੀ ਇਹ ਗੱਲ ਕਰਦੇ ਸੀ, ਜਾਂ ਤੁਸੀਂ ਬੀਜੇਪੀ ਨਾਲ ਖੜਾ ਹੋਣਾ। ਕਿਉਂਕਿ ਬੀਜੇਪੀ ਵੱਲੋਂ ਇਹੋ ਜਿਹੀਆਂ ਅੰਦਰੋਂ ਅੰਦਰੀ ਜਿਹੜੀਆਂ ਕਨਸੂਆਂ ਬਿਲਕੁਲ ਆ ਰਹੀਆਂ, ਬੜੀਆਂ ਕਲੀਅਰਲੀ ਉਹ 117 ਦੀਆਂ 17 ਲੜਾਂਗੇ। ਮੈਨੂੰ ਵੀ ਕੋਈ ਉਹਨਾਂ ਦੇ ਬੰਦੇ ਕਹਿ ਰਹੇ, ਮੈਂ ਕਿਹਾ ਵੀ ਉਹ ਇਸ ਤਰ੍ਹਾਂ ਦੇ, ਮੈਂ ਤੇ ਕਹਿੰਦਾ ਵੀ ਪਾਗਲ ਪਾਣੇ ਆ, ਇਹੋ ਜਿਹਾ ਸੁਪਨਾ ਵੀ ਨਹੀਂ ਲੈਣਾ ਚਾਹੀਦਾ ਉਹਨਾਂ ਨੂੰ ਪੰਜਾਬ ਦੇ ਵਿੱਚ ਸਾਰੀਆਂ ਸੀਟ। ਕਹਿੰਦਾ ਨਹੀਂ ਜੀ, ਮੈਂ ਕਿਹਾ ਬੰਦੇ, ਕਹਿੰਦੇ ਜੀ ਸ਼ਹਿਰਾਂ ਦੇ ਵਿੱਚ ਤੇ ਹੈ ਹੀ ਆ ਉਹਨਾਂ ਕੋਲ, ਪਿੰਡਾਂ 'ਚ ਬੰਦੇ ਕਹਿੰਦਾ ਬਥੇਰੇ ਇੱਥੇ ਹੈਗੇ ਜਿਹੜੇ ਤਿਆਰ ਬੈਠੇ। ਇਹ ਸਾਰੀ ਜਿਹੜੀ ਇਹ ਗੱਲਾਂ ਹੋਈਆਂ ਕਿ ਬੰਦੇ ਸਾਡੇ ਵਿੱਚੋਂ ਭਾੜਾ ਸਿੰਘ ਜ਼ਿਆਦਾ ਬਣਨ ਲੱਗ ਪਏ ਤੇ ਫਿਰ ਜੰਗ ਹਿੰਦ ਪੰਜਾਬ ਦੀ ਕਿਵੇਂ ਹੋਊਗੀ। ਉਹ ਭਾੜਾ ਸਿੰਘ ਜਿਹੜੇ ਪੈਦਾ ਹੋਏ ਉਹ ਇਹ ਕਿਉਂਕਿ ਲੰਬੀ ਦੇਰ ਵਿੱਚ, ਬਹੁਤ ਲੰਬੀ ਦੇਰ ਤੱਕ ਇਹੋ ਜਿਹੀ ਪਾਰਟੀ ਨਾਲ ਜਿਹੜੀ ਦੋਸਤੀ ਲੱਗੀ ਰਹੀ, ਉਹ ਜਿਹੜਾ ਗੱਠਜੋੜ ਬਣਿਆ ਰਿਹਾ, ਖੋਰਾ ਲੱਗਦਾ ਰਿਹਾ, ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਉਸ ਨੁਕਸਾਨ ਤੋਂ ਉੱਠਣ ਦਾ ਇਹ ਮੌਕਾ ਤੇ ਹੈਗਾ, ਹੁਣ ਇੱਕ ਬੜਾ ਵੱਡਾ ਚਾਂਸ ਆ। ਮੇਰਾ ਖਿਆਲ ਹੈ, ਮੇਰੀ ਵੱਲੋਂ ਤੇ ਇਹੀ ਹੈ ਕਿ ਪੰਜਾਬ ਦੇ ਅੰਦਰ ਜੇ ਕੋਈ ਸਾਡੇ ਪੰਜਾਬ ਦੇ ਹਿੱਤ ਹੈਗੇ ਆ, ਲੋਕ ਇਹ ਸੋਚਣ ਲੱਗ ਪਏ ਸੀ, ਇਹ ਤੇ ਗਏ। ਅੱਜ ਦੀ ਤਰੀਕ ਦੇ ਵਿੱਚ ਵੀ ਅਕਾਲੀ ਦਲ ਵੱਲ ਨਹੀਂ ਇਹ ਦੁਬਾਰਾ ਉੱਠ ਸਕਦਾ, ਇਹ ਹਾਲਤ ਬਣ ਗਈ ਸੀ। ਹੋਰ ਕੋਈ ਆ ਨਹੀਂ ਰਿਹਾ, ਕੀ ਕਰੀਏ? ਤੇ ਲੋਕ ਕਹਿੰਦੇ ਸੀ ਫਿਰ ਤੇ ਕਾਂਗਰਸੀ ਆਊਗੀ, ਇਹ ਹਾਲਤ ਬਣ ਗਈ। ਅੱਜ ਇਹਨਾਂ ਦੇ ਬਾਹਰ ਦੇ ਵਿੱਚ ਡਟ ਕੇ ਆਉਣ ਦੇ ਨਾਲ ਇਹ ਹੋਊਗਾ ਕਿ ਲੋਕਾਂ ਨੂੰ ਲੱਗੂਗਾ ਕਿ ਆਹ ਸਾਡੀ ਪਾਰਟੀ ਹੈ। ਕਿਸੇ ਵੇਲੇ ਹੁੰਦਾ ਸੀ ਵੀ ਇਹ ਪੰਜਾਬੀਆਂ ਦੀ ਪਾਰਟੀ ਹੈ, ਰੀਜਨਲ ਇੰਟਰਸਟ ਨੂੰ ਕਰਦੀ ਹੈ, ਮਿਲੀਟੈਂਟ ਆ, ਇਹ ਡਰਦੇ ਨਹੀਂ, ਇਹ ਦਿੱਲੀ ਦੇ ਨਾਲ ਡਟ ਕੇ ਟੱਕਰਾ ਲੈਂਦੇ ਆ, ਦਿੱਲੀ ਦੇ ਵਿਰੁੱਧ ਲਗਾਤਾਰ ਬੋਲਦੇ। ਉਹ ਜਿਵੇਂ ਜਿਵੇਂ ਡਾਊਨ ਹੋਇਆ, ਜਿਵੇਂ ਜਿਵੇਂ ਸੁਰਾਂ ਘਟੀਆਂ, ਤੇ ਹੁਣ ਮੈਨੂੰ ਤਾਂ ਐਂ ਲੱਗਦਾ ਕਿ ਕਈ ਵਾਰੀ ਇਹੋ ਜਿਹੇ ਭੇਡਾਂ ਦੇ ਇੱਜੜ 'ਚ ਰਹਿ ਕੇ ਸ਼ੇਰਾਂ ਦੀ ਵੀ ਜਿਹੜੀ ਆਵਾਜ਼ ਮਿਊ ਮਿਊ ਜੀ ਕਰਨ ਲੱਗ ਪਏ। ਇਹਨਾਂ ਨੂੰ ਦੁਬਾਰਾ ਪਛਾਣਨਾ ਪਊਗਾ ਕਿ ਅਸੀਂ ਤੇ ਸ਼ੇਰ ਸੀਗੇ, ਸਾਨੂੰ ਕੀ ਹੋਇਆ। ਸੰਸਦ 'ਚ ਐਂ ਲੱਗ ਰਿਹਾ ਸੀ ਵੀ ਆਪਣੀ ਭਾਈਵਾਲ ਪਾਰਟੀ ਨਹੀਂ, ਵਿਰੋਧੀ ਪਾਰਟੀ ਦੇ ਖਿਲਾਫ ਬੋਲ ਰਹੇ ਆ, ਇਦਾਂ ਲੱਗਣ ਲੱਗ ਗਿਆ। ਬਿਲਕੁਲ ਇਹ ਆਊਗਾ ਜਦ ਤੱਕ ਇਹ ਗਰਜ ਨਹੀਂ ਆਉਂਦੀ, ਸ਼ੇਰ ਵਾਲੀ ਗਰਜ ਇਹਨਾਂ ਕੋਲ ਦੁਬਾਰਾ ਨਹੀਂ ਆਉਂਦੀ, ਤਾਂ ਫਿਰ ਲੋਕਾਂ ਦਾ ਇੱਥੇ ਭਰੋਸਾ ਬਣਦਾ ਨਹੀਂ। ਮੇਰਾ ਖਿਆਲ ਹੈ ਕਿ ਉਹ ਇਸ ਗੱਲ ਦੇ ਵੱਲ ਸਾਡੇ ਨਾਲੋਂ ਤੇ ਜ਼ਿਆਦਾ ਹੀ ਸੋਚ ਰਹੇ ਹੋਣਗੇ। ਖਾਲਿਦ ਸਾਹਿਬ, ਪੰਜਾਬ ਦੇ ਵਿੱਚ ਤੁਸੀਂ ਬੀਜੇਪੀ ਦਾ ਕੀ ਦੇਖਦੇ ਹੋ ਫਿਊਚਰ, ਖਾਸ ਤੌਰ ਤੇ ਜੇ ਉਹ ਕਹਿੰਦੇ ਨੇ ਕਿ ਅਸੀਂ ਇਕੱਲੇ ਲੜਾਂਗੇ? ਕਿਉਂਕਿ ਹਲੇ ਤੱਕ ਤਾਂ ਇਹ ਅਕਸਰ ਤੌਰ ਤੇ ਕਹਿੰਦਾ ਰਿਹਾ ਵੀ ਤੁਹਾਨੂੰ ਅਕਾਲੀ ਦਲ ਤੋਂ ਬਿਨਾਂ ਇੱਥੇ ਕੋਈ ਪੁੱਛਦਾ ਨਹੀਂ। ਹੁਣ ਉਹ ਕਹਿ ਰਹੇ ਕਿ ਹੁਣ ਤਾਂ ਸਾਡੇ ਕੋਲ ਖੁੱਲਾ ਮੈਦਾਨ ਹੈ, ਅਸੀਂ ਖੁੱਲ੍ਹ ਕੇ ਦੇਖੋ ਹਰਪ੍ਰੀਤ ਜੀ, ਅਕਾਲੀ ਦਲ ਇੱਕ ਬੜੀ ਸੀਰੀਅਸ ਕ੍ਰਾਈਸਿਸ ਦੇ ਵਿੱਚ ਹੈ। ਕ੍ਰੈਡੀਬਿਲਿਟੀ ਦਾ ਕ੍ਰਾਈਸਿਸ ਤਾਂ ਅਕਾਲੀ ਦਲ ਦਾ ਬਣ ਹੀ ਗਿਆ ਪਿਛਲੇ ਇੰਨਾ ਚਿਰ ਤੋਂ। ਅਕਾਲੀ ਦਲ ਨੇ ਅਗਰ ਖੜੇ ਹੋਣਾ ਹੈ ਤਾਂ ਆਪਣੀਆਂ ਕੋਰ ਵੈਲਿਊਜ਼ ਨੂੰ ਜੱਫਾ ਪਾਉਣਾ ਪਊਗਾ ਦੁਬਾਰਾ। ਉਹ ਕੋਰ ਵੈਲਿਊਜ਼ ਉਹੀ ਹੈ ਵੀ ਕਿਸਾਨੀ ਦੇ ਨਾਲ ਰਲੇ ਹੋਏ ਆ, ਰੀਜਨਲ ਇੰਟਰਸਟ ਦੇ ਨਾਲ ਰਲੇ ਹੋਏ, ਪੰਜਾਬੀਆਂ ਦੇ ਨਾਲ ਰਲੇ ਹੋਏ। ਬੀਜੇਪੀ ਨੇ ਕੀ ਕੀਤਾ? ਬੀਜੇਪੀ ਨੇ ਦੋ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਆਪਣੇ ਹੱਕ ਦੇ ਵਿੱਚ। ਨੰਬਰ 1,
ਜਿਹੜੀਆਂ ਸਿੱਖਾਂ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚ ਜਿਹੜੀਆਂ ਆਪਣੀਆਂ ਆਰਗੇਨਾਈਜੇਸ਼ਨ ਖੜੀਆਂ ਕੀਤੀਆਂ ਵਿਦਨ 6। ਨੰਬਰ 2 ਜਿਹੜਾ ਡੈਮੋਗ੍ਰਾਫਿਕ ਚੇਂਜ ਹੋਈ ਹੈ। ਮੈਂ ਤੁਹਾਨੂੰ ਸੱਚ ਕਹਿ ਰਿਹਾ, ਜਿਹੜੀ ਡੈਮੋਗ੍ਰਾਫਿਕ ਚੇਂਜ ਹੋਈ ਹੈ, ਤੁਸੀਂ ਰੋਪੜ ਤੋਂ ਲੈ ਕੇ ਅੰਬਾਲੇ ਤੱਕ ਦੇਖ ਲਓ ਕਿੰਨੀ ਡੈਮੋਗ੍ਰਾਫੀ ਦੀ ਚੇਂਜ ਹੋਈ ਹੈ। ਉਹ ਡੈਮੋਗ੍ਰਾਫਿਕ ਚੇਂਜ ਜਿਹੜੀ ਹੈਗੀ ਆ ਉਹਨਾਂ ਨੂੰ ਪਤਾ ਹੈ ਸਾਡੇ ਹੱਕ 'ਚ ਭੁਗਤਣੀ ਆ ਕੱਲ ਨੂੰ, ਇਸ ਕਰਕੇ ਉਹ ਐਮਬੋਲਡਨ ਹੁੰਦੇ ਚਲੇ ਜਾ ਰਹੇ ਹਨ। ਇਸੇ ਕਰਕੇ ਉਹ ਕਹਿ ਰਹੇ 117 ਸੀਟਾਂ ਲੜਾਂਗੇ। ਤੁਹਾਨੂੰ ਮੈਂ ਦੱਸਾਂ ਵੀ ਸੁਜਾਨਪੁਰ ਲਾ ਲਓ ਜਾਂ ਆਪਣੇ ਪਠਾਨਕੋਟ ਲਾ ਲਓ, ਉਸੇ ਇਲਾਕੇ ਦੇ ਵਿੱਚ ਹੈ ਸੁਜਾਨਪੁਰ ਨੰਬਰ 1 ਕਨਸਟੀਟੂਐਂਸੀ ਜਿਹੜੀ ਪੰਜਾਬ ਦੀ ਹੈਗੀ ਹੈ। ਲੇਕਿਨ ਅੱਜ ਉਹ ਇੱਕ ਅਗਰ ਸੁਪਨਾ ਲੈ ਰਹੇ ਹੈ, ਇੱਕ ਵਾਰ ਤਾਂ ਇਸ ਤਰ੍ਹਾਂ ਵੀ ਹੋਇਆ ਵੀ ਅਕਾਲੀ ਦਲ ਦੀ ਸਰਕਾਰ ਬਣਨੀ ਨਹੀਂ ਸੀਗੀ, ਬੀਜੇਪੀ ਦੇ ਸਿਰ ਤੇ ਬਣੀ ਸਰਕਾਰ, ਅਕਾਲੀ ਦਲ ਕੋਲ ਕਲੀਅਰ ਮੈਜੋਰਟੀ ਨਹੀਂ ਸੀਗੀ ਜਿਹੜੀ ਪਹਿਲੀ ਬਾਦਲ ਸਾਹਿਬ ਦੀ ਸਰਕਾਰ ਸੀ ਪਿਛਲੀ। ਲੇਕਿਨ ਉਹਨਾਂ ਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਹੁਣ ਅਸੀਂ ਹੌਲੀ ਹੌਲੀ ਅੱਗੇ ਵਧ ਰਹੇ ਹਾਂ, ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਕਿ ਸੈਂਟਰ ਦੇ ਵਿੱਚ ਅੱਗੇ ਵਧੇ। ਤੁਹਾਨੂੰ ਪਤਾ ਸਭ ਤੋਂ ਪਹਿਲਾਂ ਸੈਂਟਰ 'ਚ ਅੱਗੇ ਕਿਤੇ ਵਧੇ ਜਿਸ ਵੇਲੇ ਐਮਰਜੈਂਸੀ ਦੇ ਬਾਅਦ 89 ਸੀਟਾਂ ਪਹਿਲੀ ਵਾਰ ਜਨਸੰਘ ਨੂੰ ਮਿਲੀਆਂ, ਜਦ ਕਿ 3 ਜਾਂ 4 ਸੀਟਾਂ ਹੁੰਦੀਆਂ ਸੀਗੀਆਂ। ਉਹਨਾਂ ਨੂੰ ਪਤਾ ਹੈ ਵੀ ਇਹ ਲੋਕਾਂ ਦੀਆਂ ਸੀੜੀਆਂ ਨਾਲ ਅੱਗੇ ਵਧੋ, ਉੱਪਰ ਪੜ ਕੇ ਉਸ ਤੋਂ ਬਾਅਦ ਬਾਕੀ ਸਾਰੀਆਂ ਸੀੜੀਆਂ ਢਾ ਦਿਓ, ਆਪ ਉੱਪਰ ਖੜ ਜਾਓ। ਦਿਸ ਇਜ਼ ਵਾਟ ਹੈਜ਼ ਹੈਪਨਡ ਐਟ ਦ ਨੈਸ਼ਨਲ ਲੈਵਲ। ਇਹੀ ਚੀਜ਼ ਉਹ ਰੀਜਨਲ ਲੈਵਲ ਤੇ ਵੀ ਪੰਜਾਬ ਦੇ ਵਿੱਚ ਵੀ ਸੋਚ ਰਹੇ ਆ। ਪਰ ਮੈਨੂੰ ਇਦਾਂ ਲੱਗਦਾ ਹੈ ਕਿ ਅਕਾਲੀ ਦਲ ਬੀਜੇਪੀ ਜਿਹੜੀ ਹੈਗੀ ਆ ਅਕਾਲੀ ਦਲ ਤੋਂ ਨਿਖੜ ਕੇ ਅਲੱਗ ਹੋ ਕੇ ਆਪਣਾ ਪੋਲੀਟੀਕਲ ਧਰਾਤਲ ਨਹੀਂ ਖੋਜ ਸਕਦੀ, ਕਿਉਂਕਿ ਜਿੱਥੇ ਸਭ ਤੋਂ ਜ਼ਿਆਦਾ ਵੋਟਿੰਗ ਵੀ ਹੋਈ ਹੈ 8% ਤੋਂ ਵੱਧ ਬੀਜੇਪੀ ਦੀ ਵੋਟ ਪੰਜਾਬ ਦੇ ਵਿੱਚ ਨਹੀਂ ਸੀ। ਇੱਕ ਗੱਲ ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਮਨਜੀਤ ਜੀ, ਜਿਹੜੀ ਗੱਲ ਅਸੀਂ ਵਾਰ-ਵਾਰ ਕਹਿੰਦੇ ਆ ਧਰਾਤਲ ਦੀ ਗੱਲ ਕਰਦੇ ਆ, ਪਰ ਤੁਹਾਨੂੰ ਲੱਗਦਾ ਕਿ ਇਸ ਪੂਰੇ ਇਸ਼ੂਜ਼ ਦੇ ਉੱਤੇ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ, ਇੰਨੇ ਵੱਡੇ ਪੱਧਰ ਤੇ ਚੱਲ ਰਿਹਾ, ਉਹਦਾ ਕੋਈ ਫਾਇਦਾ ਕਿਸਾਨੀ ਸੰਘਰਸ਼ ਨੂੰ ਮਿਲਿਆ? ਕਿਉਂਕਿ ਦੋ ਗੱਲਾਂ ਨੇ, ਤੁਸੀਂ ਵੋਟ ਅਗੇਂਸਟ ਪਾਏ, ਬਿੱਲ ਤਾਂ ਵੀ ਪਾਸ ਹੋ ਗਿਆ, ਬਿੱਲ ਨਹੀਂ ਰੁਕਿਆ, ਬਿੱਲ ਪਾਸ ਹੋ ਗਿਆ। ਦੂਜੀ ਗੱਲ, ਕਿਸਾਨੀ ਸੰਘਰਸ਼ ਤਾਂ ਆਲਰੇਡੀ ਚੱਲ ਰਿਹਾ ਸੀਗਾ, ਤੁਹਾਡਾ ਬਾਹਰ ਆਣਾ, ਤੁਹਾਡਾ ਸਪੋਰਟ ਕਰਨਾ ਕਿੰਨਾ ਕੁ ਫਰਕ ਕਿਸਾਨੀ ਸੰਘਰਸ਼ ਨੂੰ ਵੀ ਪਾਏਗਾ? ਔਰ ਬਿੱਲ ਤਾਂ ਹੁਣ ਆ ਹੀ ਗਿਆ, ਬਿੱਲ ਤੁਸੀਂ ਹਾਂ ਕੀਤੀ ਜਾਂ ਨਾ ਕੀਤੀ, ਉਹ ਤੁਹਾਡੇ ਹਾਂ ਨਾਲ ਉਹਦਾ ਕੋਈ ਫਰਕ ਨਹੀਂ ਪਿਆ, ਪਰ ਤੁਸੀਂ ਆਪਣੀ ਐਗਜ਼ਿਸਟੈਂਸ ਜਿਹੜੀ ਹੈ ਉਹ ਦਰਜ ਜ਼ਰੂਰ ਕਰਾ ਦਿੱਤੀ। ਸੰਘਰਸ਼ ਨੂੰ ਫਰਕ ਪਏਗਾ ਇਹਦੇ ਨਾਲ? ਬਿਲਕੁਲ ਪਾਊਗਾ, ਕਿਉਂਕਿ ਦੇਖੋ ਇਹ ਡਿਪੈਂਡ ਕਰਦਾ ਕਿ ਆਪ ਕਿੰਨਾ ਕੁ ਪਲੰਜ ਕਰਦੇ ਆ। ਮੈਂ ਤਾਂ ਫਿਰ ਇਹ ਕਹਿਣਾ ਕਿ ਜੇ ਸੁਨੀਲ ਜਾਖੜ ਵਰਗੇ ਸੁਪਨੇ ਲੈ ਰਹੇ ਔਰ ਅਮਰਿੰਦਰ ਸਿੰਘ ਕਹਿ ਰਿਹਾ ਕਿ ਮੈਂ ਲੀਡ ਕਰੂੰਗਾ, ਮੈਂ ਦਿੱਲੀ ਨੂੰ ਜਾ ਕੇ ਮੋਰਚਾਬੰਦੀ ਕਰਦਾ, ਤੇ ਮਜਬੂਰੀ ਦੇਖੋ, ਪ੍ਰੈਸ਼ਰ ਦੇਖੋ ਕਿੰਨਾ ਸਾਰਾ। ਇਹ ਤੇ ਪਾਰਟੀ ਕਿਸਾਨਾਂ ਦੀ ਹੈ, ਤੇ ਪਾਰਟੀ ਰੂਰਲ ਬੇਸਡ ਪਾਰਟੀ ਹੈ, ਤੇ ਅਰਬਨ ਬੇਸਡ ਪਾਰਟੀ ਸੀਗੀ ਨਹੀਂ। ਇਸ ਕਰਕੇ ਇਹਨਾਂ ਦੇ ਨਾਲ ਆਪਾਂ ਇਹ ਸੋਚੀਏ ਵੀ ਨਹੀਂ ਪਊਗਾ। ਇਹ ਆਪਣੇ ਝੰਡੇ ਬੁੰਗੇ ਲੈ ਕੇ ਸਾਰਾ ਜਿਵੇਂ ਟਰੈਕਟਰ ਟਰਾਲੀਆਂ ਜੋ ਵੀ ਕਰਦੇ ਹੁੰਦੇ ਇੱਕ ਕਾਲ ਤੇ ਦੇਣ। ਦੇਖੋ ਤੇ ਸਹੀ ਕਿਵੇਂ ਕੀ ਹੁੰਦਾ ਆ, ਜੇਲਾਂ ਭਰਨ ਦੀ ਵਾਲੀ ਜਿਹੜੀ ਮੈਂ ਬਾਰ-ਬਾਰ ਗੱਲ ਕਰਦਾ, ਜੇ ਉਸ ਕਿਸਮ ਨਾਲ ਜੋ ਇਹਨਾਂ ਦਾ ਟ੍ਰੈਡੀਸ਼ਨਲ ਰਵਾਇਤੀ ਤਰੀਕਾ ਹੈਗਾ ਮੋਰਚਾਬੰਦੀ ਕਰਨ ਦਾ, ਜਿਵੇਂ ਐਮਰਜੈਂਸੀ ਦੇ ਦੌਰਾਨ ਇਹ ਇੱਕੋ ਇੱਕ ਪਾਰਟੀ ਸੀ ਜਿਹੜੀ ਲਗਾਤਾਰ ਐਮਰਜੈਂਸੀ ਦਾ ਵਿਰੋਧ ਕਰਦੀ ਰਹੀ, ਹੋਰ ਕਿਸੇ ਪਾਰਟੀ ਨੇ ਨਹੀਂ ਕੀਤਾ, ਇਵਨ ਲੈਫਟ ਪਾਰਟੀਆਂ ਨੇ ਵੀ ਨਹੀਂ ਕੀਤਾ। ਇਸ ਲਈ ਉਸ ਮੋਲਡ ਦੇ ਵਿੱਚ ਇਹਨਾਂ ਨੂੰ ਆਉਣਾ ਪਊਗਾ। ਹੁਣ ਵਿੱਚ ਵਿਚਾਲੀ ਦਾ ਜਿਹੜਾ ਰਸਤਾ ਉਹ ਕੰਮ ਨਹੀਂ ਕਰੂਗਾ। ਜੇ ਉਸ ਤਰ੍ਹਾਂ ਆ ਜਾਣ ਤੇ ਬਿਲਕੁਲ ਜਿੰਨੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਬੜਾ ਸਹਾਰਾ ਇਸ ਮੂਵਮੈਂਟ। ਪਰ ਪ੍ਰੋਫੈਸਰ ਸਾਹਿਬ, ਆਪਾਂ ਇਸ ਗੱਲ ਨੂੰ ਛੋਟਾ ਤਾਂ ਨਹੀਂ ਮੰਨ ਸਕਦੇ ਕਿ ਉਹ ਪਾਰਟੀ ਦਾ ਅਲਾਇੰਸ ਟੁੱਟਿਆ ਜਿਹੜੀ ਰਾਜ ਕਰ ਰਹੀ ਹੈ ਸੱਤਾ ਦੇ ਵਿੱਚ। ਜੇ ਵਿਰੋਧੀ ਧਿਰ ਚ ਹੋਵੇ ਤਾਂ ਅਸੀਂ ਕਹਿੰਦੇ ਕੋਈ ਨਹੀਂ, ਮੈਨੇਜ ਹੋ ਜਾਏਗਾ। ਉਹ ਪਾਰਟੀ ਜਿਹੜੀ ਸੱਤਾ ਦੇ ਵਿੱਚ ਰਾਜ ਕਰ ਰਹੀ ਆ, ਉਹਦੇ ਨਾਲ ਤੁਸੀਂ ਅਲਾਇੰਸ ਤੋੜਿਆ, ਉਹਦੇ ਨਫੇ ਨੁਕਸਾਨ ਤੁਹਾਨੂੰ ਖੁਦ ਭੁਗਤਣੇ ਵੀ ਪੈ ਸਕਦੇ ਨੇ, ਕਿਉਂਕਿ ਕੇਂਦਰ ਦੇ ਕੋਲ ਬੜੇ ਤੋਤੇ ਨੇ ਜਿਹੜੇ ਛੱਡੇ ਜਾ ਸਕਦੇ ਨੇ। ਦੋ ਗੱਲਾਂ ਮੈਂ ਬਿਲਕੁਲ ਕਹੂੰਗਾ। ਇੱਕ, ਅਕਾਲੀ ਦਲ ਨੂੰ ਪਹਿਲੀ ਗੱਲ ਦੇ ਨਾਲ ਮੈਂ ਜੋੜ ਕੇ ਜ਼ਰੂਰ ਕਹੂੰਗਾ, ਦੂਜੀ ਗੱਲ ਤੋਤੇ ਵਾਲੀ ਬਾਅਦ ਚ ਕਰ ਦੇ। ਪਹਿਲੀ ਗੱਲ ਇਹ ਹੈ ਕਿ ਅਕਾਲੀ ਦਲ ਨੂੰ ਹੁਣ ਇੱਕ ਵੱਡਾ ਕੈਨਵਸ ਤੇ ਕੰਮ ਕਰਨਾ ਪਊਗਾ। ਅਕਾਲੀ ਦਲ ਨੂੰ ਉਹ ਸਾਰੀਆਂ ਰੀਜਨਲ ਪਾਰਟੀਆਂ ਜਿਹਦੀ ਖਾਲਿਦ ਗੱਲ ਕਰ ਰਿਹਾ, ਤੁਸੀਂ ਵੀ ਕਰ ਰਹੇ, ਉਹਦਾ ਲੀਡਰ ਬਣਨਾ ਪਊਗਾ, ਉਹਦੀ ਲੀਡਰਸ਼ਿਪ ਦੀ ਭੂਮਿਕਾ ਅਦਾ ਕਰਨੀ ਪਊ, ਜਿਹਦੇ ਕਾਬਲ ਹੈਗੇ। ਕਿਉਂਕਿ ਸਾਡੀ ਧਰਤੀ ਇਹੋ ਜਿਹੀਆਂ ਮੂਵਮੈਂਟਾਂ ਲਈ ਸਭ ਤੋਂ ਜਰਖੇਜ਼, ਸਭ ਤੋਂ ਇਨਕਲਾਬੀ ਧਰਤੀ ਹੈਗੀ ਆ, ਔਰ ਇਹਨਾਂ ਦਾ ਆਪਣੀ ਵੀ ਪਿਛੋਕੜ ਇਹੋ ਜਿਹਾ ਹੈਗਾ। ਇਹ ਜਿੰਨੀਆਂ ਵੀ 8-9 ਸਟੇਟਾਂ ਜਿਨ੍ਹਾਂ ਦੇ ਵਿੱਚ ਵੱਡਾ ਸੰਕਟ ਕਿਸਾਨੀ ਦਾ ਪੈਣਾ ਸਾਡੇ ਪੈ ਚੁੱਕਾ ਹੈ, ਕਿਉਂਕਿ ਅਸੀਂ ਸਭ ਤੋਂ ਵੱਧ ਚੀਜ਼ਾਂ ਜਿਹੜੀਆਂ ਜਿਣਸਾਂ ਵੇਚਦੇ ਹਾਂ, ਇੱਥੇ ਦਬਾਇਆ ਹੋਇਆ ਕਿਸੇ ਤਰੀਕੇ ਨਾਲ। ਪਤਾ ਨਹੀਂ ਗੁਰਨਾਮ ਸਿੰਘ ਉਹਨਾਂ ਨਾਲ ਕੀ ਗੱਲ ਹੋਈ ਆ, ਜੇ ਮੂਵਮੈਂਟ ਇੱਥੇ ਟਲੀ ਹੋਈ ਹੈ ਹਰਿਆਣੇ 'ਚ, ਯੂਪੀ 'ਚ, ਮੱਧ ਪ੍ਰਦੇਸ਼ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਕਣਕ। ਸਾਡੀ 10 ਲੱਖ ਘਰ ਸਾਡੇ ਇੱਥੇ ਜਿਹੜੇ 10.25 ਲੱਖ 10.5 ਲੱਖ ਘਰ ਦੇ, ਉਹ ਉੱਥੇ 15-15.5 ਲੱਖ ਜਿਹੜੇ ਫਾਰਮਰ ਘਰ ਵੇਚਦੇ ਆ, ਜਿਹੜੇ ਅੱਜ ਸਵੇਰੇ ਡਾਟਾ ਆਏ ਆ। ਇਸ ਕਰਕੇ ਕਣਕ ਜਿਹੜੀ ਵੇਚਦੇ, ਇਸ ਕਰਕੇ ਮੱਧ ਪ੍ਰਦੇਸ਼ ਦੇ ਵਿੱਚ ਬੜਾ ਪੈਣਾ, ਉੜੀਸਾ 'ਚ ਪੈਣਾ, ਰਾਜਸਥਾਨ 'ਚ ਜਿਹੜੀ ਕਣਕ ਵੇਚਦੇ ਉਹ ਪੈਣਾ, ਤੇਲੰਗਾਨਾ ਦੇ ਚੌਲਾਂ ਦਾ ਸਭ ਤੋਂ ਵੱਧ ਪੈਣਾ। ਇਹ ਸਾਰੀਆਂ ਸਟੇਟਾਂ ਰੀਜਨਲ ਪਾਰਟੀਆਂ ਇੱਥੇ ਹੈਗੀਆਂ ਜਿਹੜੀਆਂ, ਉਹਨਾਂ ਨਾਲ ਇੱਕ ਵੱਡਾ ਇੱਕ ਦੇ ਅਕਾਲੀ ਅਲਾਇੰਸ ਬਣਾਉਣ, ਤਾਂ ਕਿ ਫਿਰ ਇਹ ਸੈਂਟਰ ਵਾਲਿਆਂ ਨੂੰ ਇਹ ਹਿਲਾ ਸਕਦੇ ਕਿ ਅਸੀਂ ਵੀ ਛੋਟੇ ਨਹੀਂ ਹੈ, ਅਸੀਂ ਇਕੱਲੇ ਪੰਜਾਬ ਦੇ ਨਹੀਂ, ਸਾਡੀ ਵੀ ਆਇਡੈਂਟੀਟੀ ਵੱਡੀ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ, ਬਿਲਕੁਲ ਇਸ ਗੱਲ ਲਈ ਵੀ ਇਹ ਤਿਆਰ ਰਹਿਣ। ਇਸ ਗੱਲ ਦੇ ਵੀ ਉੱਤੇ ਭਾਵੇਂ ਜੇ ਡਰ ਕੇ ਰਹਿਣਾ, ਫਿਰ ਤੁਹਾਨੂੰ ਹੋਰ ਡਰਾਉਣਗੇ।
ਜੋ ਹੁੰਦਾ ਹੋਵੇ ਲੋਕ ਇਹ ਸਾਰਾ ਸਮਝਦੇ ਆ। ਅੱਜ ਜੇ ਈਡੀ CBI IB ਫਲਾਨਾ ਤੋਤੇ ਹੋਰ ਸਾਰਾ ਜੇ ਕੋਈ ਛੱਡ ਕੇ ਉਡਾ ਕੇ ਪੰਜਾਬ ਵੱਲ ਨੂੰ ਭੇਜਦੇ ਆ ਤੇ ਭੇਜਣ, ਇੱਥੇ ਲੋਕਾਂ ਦਾ ਉਸ ਗੱਲ ਦਾ ਵੀ ਅਕਾਲੀ ਦਲ ਨੂੰ ਜਾਂ ਹੋਰ ਕੋਈ ਵੀ ਪਾਰਟੀ ਹੋਵੇ, ਰੀਜਨਲ ਪਾਰਟੀ ਹੋਵੇ, ਉਹਨਾਂ ਨੂੰ ਫਾਇਦਾ ਹੁੰਦਾ। ਇਹਨਾਂ ਨੇ ਰੱਖਿਆ ਉਹਨੂੰ ਚਿਦੰਬਰਮ ਨੇ ਅੰਦਰ ਰੱਖਿਆ 100 ਦਿਨ ਰੱਖਿਆ, ਕੀ ਉਹਦਾ ਕੀ ਨੁਕਸਾਨ ਕਰ ਲਿਆ, ਕੀ ਟੰਗ ਭੰਨ ਲਈ? ਕੁਝ ਨਹੀਂ ਹੁੰਦਾ, ਜਾਣਗੇ ਵਾਪਸ ਆ ਜਾਣਗੇ। ਪਰ ਇਹਨਾਂ ਨੂੰ ਆਪਣਾ ਬ੍ਰੌਡਰ ਪਰਸਪੈਕਟਿਵ ਦੇ ਵਿੱਚ ਲੋਕ ਇਹਨਾਂ ਨੂੰ ਸ਼ਹੀਦ ਹੀ ਮੰਨਣਗੇ ਵੀ ਠੀਕ ਆ ਹੁਣ ਜੀ ਇਹਨਾਂ ਨੇ ਪਿੱਛੇ ਪਾਤੇ, ਇਹੀ ਕਹਿਣਗੇ ਨਾ, ਪਿੱਛੇ ਲੱਗ ਗਏ। ਹਾਂ, ਕਈ ਬੰਦੇ ਖੁਸ਼ ਵੀ ਹੋਣਗੇ, ਵਿਰੋਧੀ ਖੁਸ਼ ਵੀ ਹੋਣਗੇ, ਉਹਦਾ ਨੁਕਸਾਨ ਵੀ ਹੋਊ। ਮੈਂ ਕਹਿੰਦਾ ਜਦੋਂ ਇੰਨਾ ਚਿਰ ਤੁਸੀਂ ਦੂਸਰੇ ਪਾਸੇ ਰਹਿੰਦੇ ਉਹਦਾ ਨੁਕਸਾਨ ਵੀ ਹੁੰਦਾ। ਪਰ ਇਸ ਗੱਲ ਦਾ ਜੇ ਪੰਜਾਬ ਨਾਲ ਧੱਕਾ ਹੋਊਗਾ ਜਾਂ ਇਸ ਗੱਲ ਦੇ ਉੱਤੇ ਕਿ ਜਦੋਂ ਇਹ ਕਿਸਾਨਾਂ ਦੇ ਨਾਲ ਖੜੇ ਹੋਣਗੇ ਫਿਰ ਇਹਨਾਂ ਤੇ ਹਮਲਾ ਹੋਊਗਾ ਤੇ ਕਿਸਾਨ ਇਹਨਾਂ ਦੇ ਨਾਲ ਜਾਂ ਹੋਰ ਲੋਕ ਪੰਜਾਬ ਦੇ ਖੜੇ ਹੋਣਗੇ, ਮੇਰਾ ਖਿਆਲ ਇਹ ਇੱਕ ਟ੍ਰਾਂਜੀਸ਼ਨ ਦਾ ਪੀਰੀਅਡ ਹੋਊਗਾ ਹਰਪ੍ਰੀਤ ਜੀ, ਜੇ ਇਹਨੂੰ ਸਹੀ ਤਰੀਕੇ ਨਾਲ ਕੈਚ ਕਰ ਲੈਣ। ਹਾਂ, ਅਜੇ ਤੁਰੰਤ ਇਹਨਾਂ ਨੂੰ ਫਾਇਦਾ ਨਹੀਂ ਹੋਣਾ ਇਹਨਾਂ ਗੱਲਾਂ ਦਾ, ਕਿਉਂਕਿ ਲੋਕਾਂ ਦੀ ਜਿਹੜੀ ਬੇਭਰੋਸਗੀ ਆ ਉਹਨੂੰ ਭਰੋਸਗੀ ਚ ਬਦਲਣ ਲਈ ਉਹ ਲਿਟਮਸ ਟੈਸਟ ਦੇ ਇਹਨਾਂ ਨੂੰ ਉਹ ਜਿਹੜਾ ਅਗਨ ਪ੍ਰੀਖਿਆ ਤੇ ਪਾਰ ਕਰਨੀ ਪਊਗੀ। ਪਰ ਇਹ ਰਸਤਾ ਬ੍ਰੌਡਰ ਕਨਵੈਂਸ ਦੇ ਵਿੱਚ ਜੇ ਲੈ ਕੇ ਚੱਲਣਗੇ, ਆਪਣੇ ਛੋਟੇ ਹਿੱਤ ਜਿਹੜੇ ਇੱਥੇ ਸਰਕਾਰ ਬਣਾਉਣੀ ਆ, ਇਹਨੂੰ ਕਿਹਨੂੰ ਸੀਟ ਦੇਤੀ ਕਿਹਨੂੰ ਨਾ ਦੇਤੀ ਉਹਨੂੰ ਛੱਡ ਦੇਣ। ਹੁਣ ਇਹ ਲਾਰਜਰ ਨੈਸ਼ਨਲ ਲੈਵਲ ਤੇ ਸਾਰੀਆਂ ਰੀਜਨਲ ਪਾਰਟੀਆਂ ਨਾਲ ਇੱਕ ਵੱਡਾ ਸੰਵਾਦ ਰਚਾ ਕੇ ਲੀਡਰਸ਼ਿਪ ਦਾ ਰੋਲ ਲੈਣ ਤੇ ਆਪੇ ਸੈਂਟਰ ਨੂੰ ਹੋ ਜਾਣ। ਠੀਕ ਹੈ ਖਾਲਿਦ ਸਾਹਿਬ, ਇੱਕ ਗੱਲ ਬੜੀ ਜਿਹੜੀ ਅੱਜ ਕੱਲ ਚਰਚਾ 'ਚ ਹੈ, ਖਾਸ ਤੌਰ ਤੇ ਵਿਰੋਧੀ ਧਿਰ ਇਹ ਚਰਚਾ ਕਰ ਰਹੇ ਨੇ ਕਿ ਇਹ ਸਭ ਕੁਝ ਜੋ ਹੋਇਆ ਡਰਾਮਾ ਹੈ। ਇੱਕ ਗੱਲ ਇੱਥੇ ਤਾਂ ਕੋਈ ਸਰਪੰਚੀ ਨਹੀਂ ਛੱਡਦਾ ਹੁੰਦਾ, ਕੇਂਦਰੀ ਕੈਬਨਿਟ ਦਾ ਅਹੁਦਾ ਛੱਡਣ ਦੇ ਬਾਵਜੂਦ ਜੇਕਰ ਵਿਰੋਧੀ ਧਿਰਾਂ ਇਹ ਕਹਿਣ ਕਿ ਇਹ ਤਾਂ ਸਭ ਡਰਾਮਾ ਹੋ ਰਿਹਾ, ਤੁਸੀਂ ਉਸ ਪਰਪੇਖ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪਹਿਲਾਂ ਵਿਰੋਧੀ ਧਿਰਾਂ ਕਹਿੰਦੀਆਂ ਰਹੀਆਂ ਤੁਸੀਂ ਵਿਰੋਧ ਨਹੀਂ ਕਰਦੇ, ਸੰਸਦ 'ਚ ਵਿਰੋਧ ਨਹੀਂ ਕਰਦੇ, ਵੋਟ ਨਹੀਂ ਪਾਉਂਦੇ। ਉਹਨਾਂ ਨੇ ਵੋਟ ਪਾਤੀ, ਵਿਰੋਧ ਕਰਤਾ, ਫਿਰ ਉਹਨਾਂ ਨੇ ਕਿਹਾ ਤੁਸੀਂ ਕੁਰਸੀ ਨਹੀਂ ਛੱਡਦੇ, ਉਹਨਾਂ ਨੇ ਕੁਰਸੀ ਛੱਡਤੀ। ਹੁਣ ਤੀਜਾ ਉਹ ਕਹਿੰਦੇ ਤੁਸੀਂ ਅਲਾਇੰਸ ਨਹੀਂ ਤੋੜਦੇ, ਔਰ ਅਲਾਇੰਸ ਤੋੜਨ ਦੀ ਵੀ ਚਰਚਾ ਚੱਲ ਰਹੀ, ਔਰ ਹੁਣ ਚੌਥਾ ਕਹਿੰਦੇ ਤਾਂ ਡਰਾਮਾ ਹੈ। ਘੱਟੋ ਘੱਟ ਉਹਨੂੰ ਵੈਲਕਮ ਸਟੈਪ ਕਹਿਣਾ ਚਾਹੀਦਾ। ਉਹਦੇ ਪਿੱਛੇ ਇੱਕ ਸਿੰਬੋਲਿਜ਼ਮ ਤਾਂ ਹੋਇਆ ਨਾ ਵੀ ਵਿਰੋਧ ਦਾ, ਇਹ ਤਾਂ ਨਹੀਂ ਹੈ ਵੀ ਅਸੀਂ ਬਿਲਕੁਲ ਹੀ ਚੁੱਪ ਕਰਕੇ ਬੈਠ ਗਏ, ਸਿੰਬੋਲਿਜ਼ਮ ਤਾਂ ਹੋਇਆ। ਹੁਣ ਦੂਸਰੀ ਗੱਲ ਇਹ ਹੈਗੀ ਹੈ ਕਿ ਉਸ ਚੀਜ਼ ਨੂੰ ਮਜ਼ਬੂਤੀ ਦੇ ਨਾਲ ਫੜਨ ਵਾਸਤੇ ਤੁਹਾਨੂੰ ਅੱਗੇ ਕੀ ਹੈ, ਅੱਗੇ ਅਗਰ ਤੁਸੀਂ ਰਸਤਾ ਅਗਰ ਹੁਣ ਚੁੱਪ ਕਰਕੇ ਬੈਠ ਗਏ ਬਸ ਤੁਸੀਂ ਕਰਤਾ, ਉਹਦੇ ਨਾਲ ਗੱਲ ਨਹੀਂ ਬਣਨੀ। ਜਿਸ ਵੇਲੇ ਤੁਸੀਂ ਅੱਗੇ ਵੱਧ ਕੇ ਇਸ ਚੀਜ਼ ਨੂੰ ਸੜਕ ਤੇ ਲੈ ਕੇ ਆਓਗੇ, ਉਸ ਵੇਲੇ ਲੋਕਾਂ ਨੂੰ ਹੋਊਗਾ ਕਿ ਵਾਕਈ ਯਾਰ ਦੇ ਮੀਨ ਜਿਹੜਾ ਇਹਨਾਂ ਨੇ ਕੀਤਾ ਉਹ ਵਾਕਈ ਸਹੀ ਸੀਗਾ, ਤਾਂ ਫਿਰ ਉਹ ਜਿਹੜਾ ਹੈਗਾ ਲੋਕ ਉਹਨੂੰ ਲੇਕਿਨ ਅਗਰ ਇੰਨਾ ਕਿ ਵੀ ਹੋਇਆ ਅਸੀਂ ਉਹਨੇ ਨੂੰ ਵੀ ਵੈਲਕਮ ਕਰਨਾ ਚਾਹੀਦਾ ਕਿ ਹਾਂ ਵੀ ਘੱਟੋ ਘੱਟ ਵਿਰੋਧਤਾ ਤਾਂ ਹੋਈ ਹੈ ਨਾ, ਘੱਟੋ ਘੱਟ ਉਹਨਾਂ ਨੂੰ ਮਾੜਾ ਮੋਟਾ ਸੇਕ ਤਾਂ ਲੱਗਿਆ ਹੋਊਗਾ ਨਾ। ਜੇ ਉਹਨਾਂ ਨੇ ਕਿਹਾ ਵੀ ਤੁਸੀਂ ਭਾਜੋ, ਇਹ ਵੀ ਕਹਿਤਾ, ਲੇਕਿਨ ਉਹਨਾਂ ਨੇ ਮਹਿਸੂਸ ਤਾਂ ਕਿਤੇ ਨਾ ਕਿਤੇ ਕਰਨਗੇ ਨਾ ਵੀ ਇਹ ਸਾਡੀ ਸਭ ਤੋਂ ਪੁਰਾਣੀ ਪਾਰਟੀ ਸੀਗੀ ਔਰ ਸਾਨੂੰ ਸਾਡੀ ਜਿਹੜੀ ਹੈਗੀ ਹੈ ਅਕਾਲੀ ਦਲ ਨੂੰ ਵੀ ਤਾਂ ਪਤਾ ਲੱਗੂਗਾ ਨਾ ਕਿ ਅਸੀਂ ਜਿਹੜਾ ਸੀਗਾ ਇਹਨਾਂ ਨੂੰ ਤਖਤ ਤੇ ਬਿਠਾਇਆ था, ਇਹਨਾਂ ਨੇ ਸਾਨੂੰ ਫਰਸ਼ ਤੇ ਸਿੱਟਤਾ, ਸਾਡੀ ਗੱਲ ਮੰਨੀ ਨਹੀਂ। ਅਗਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਨੂੰ ਅਕਾਲੀ ਦਲ ਫੋਲੋ ਕਰਦਾ ਤਾਂ ਨੈਚੁਰਲੀ ਅਕਾਲੀ ਦਲ ਆਪਣੀ ਕ੍ਰੈਡੀਬਿਲਿਟੀ ਦੁਬਾਰਾ ਮੇਨਟੇਨ ਕਿਸਾਨੀ ਦੇ ਵਿੱਚ ਕਰ ਸਕਦਾ, ਰੂਰਲ ਪੈਜੈਂਟਰੀ ਦੇ ਵਿੱਚ ਕਰਦਾ, ਜਿਹੜਾ ਕਿ ਉਹਨਾਂ ਦਾ ਕੋਰ। ਔਰ ਅਕਾਲੀ ਦਲ ਕੋਲ ਸਭ ਤੋਂ ਵੱਡੀ ਸਟਰੈਂਥ ਪਤਾ ਕੀ ਹੈ? ਇਹਨਾਂ ਦਾ ਕਮਿਟਡ ਕੈਡਰ ਹੈ। ਉਹ ਜਿਹੜਾ ਕਮਿਟਡ ਕੈਡਰ ਹੈ ਨਾ, ਉਹ ਕੈਡਰ ਦੇ ਵਿੱਚੋਂ ਮੈਨੂੰ ਲੱਗਦਾ 70% ਕਿਸਾਨ ਹੈ। ਉਹੀ ਉਹ ਜਿਹੜਾ ਕਮਿਟਡ ਕੈਡਰ ਹੈ ਨਾ, ਉਹ ਕੁਛ ਮਰਜ਼ੀ ਉਹ ਕਹਿੰਦਾ ਕਿ ਅਸੀਂ ਅਕਾਲੀ ਦਲ ਨੂੰ ਵੋਟ ਪਾਉਣੀ ਹੈ। ਉਹ ਜਿਹੜਾ ਕੈਡਰ ਹੈ ਉਹਨੂੰ ਐਨਕੈਸ਼ ਕਰਨ ਦੀ ਲੋੜ ਹੈ, ਉਹਦੇ ਸੈਂਟੀਮੈਂਟ ਨੂੰ ਅੱਗੇ ਲਿਜਾਣ ਦੀ ਲੋੜ ਹੈ। ਅਗਰ ਉਹ ਲਿਜਾ ਸਕੇ, ਮੇਰੀ ਗੱਲ ਹੋ ਰਹੀ ਹੈ, ਅਗਰ ਲਿਜਾ ਸਕੇ ਤਾਂ ਕਾਮਯਾਬ ਹੋ ਜਾਣਗੇ, ਅਦਰਵਾਈਜ਼ ਤਾਂ ਜੋ ਹੈ ਉਹ ਚੱਲ ਹੀ ਰਿਹਾ। ਚਲੋ ਇੱਕ ਆਖਰੀ ਸਵਾਲ ਪ੍ਰੋਫੈਸਰ ਸਾਹਿਬ, ਹੁਣ ਇਹ ਜਿਹੜੀ ਸਥਿਤੀ ਹੈ, ਸਥਿਤੀ ਬੜੀ ਗੰਭੀਰ ਬਣੀ ਹੋਈ ਹੈ, ਕਿਉਂਕਿ ਇੱਕ ਪਾਸੇ ਸਰਕਾਰ ਵਜਿੱਦ ਹੈ ਕਿ ਅਸੀਂ ਤਾਂ ਇਹ ਬਿੱਲ ਲਿਆਂਦਾ ਔਰ ਇਹਨੂੰ ਲਾਗੂ ਵੀ ਕਰਨਾ, ਕਿਸਾਨ ਭਾਈਚਾਰਾ ਵਜਿੱਦ ਹੈ ਕਿ ਅਸੀਂ ਇੱਥੇ ਲਾਗੂ ਕਰਨ ਨਹੀਂ ਦੇਣਾ। ਕੋਈ ਵਿਚਲਾ ਰਾਹ ਤਦ ਤੱਕ ਹੁੰਦਾ ਜਦ ਤੱਕ ਆਡੀਅנס ਹੋਵੇ। ਹੁਣ ਜਦੋਂ ਇਹ ਬਿੱਲ ਬਣ ਗਿਆ ਔਰ ਅਸੀਂ ਦੇਖ ਰਹੇ ਹਾਂ ਕਿ ਕੇਂਦਰ ਬੜੇ ਤਿੱਖੇ ਤੇਵਰਾਂ 'ਚ ਹੈ, ਕਿਤੇ ਵੀ ਥੱਲੇ ਡਾਵਾਡੋਲ ਹੁੰਦਾ ਨਜ਼ਰ ਨਹੀਂ ਆ ਰਿਹਾ, ਤੁਹਾਨੂੰ ਲੱਗਦਾ ਕਿ ਸਥਿਤੀ ਆਉਣ ਵਾਲੇ ਸਮੇਂ 'ਚ ਗੰਭੀਰ ਹੋ ਸਕਦੀ ਹੈ? ਬਿਲਕੁਲ, ਬਹੁਤ ਵੱਡੀ ਇਹ ਸਰਕਾਰ ਵੀ ਗਿਰ ਸਕਦੀ ਹੈ, ਕਿਉਂਕਿ ਇਹ ਸਾਡੇ ਪੰਜਾਬ ਦੇ ਵਿੱਚ ਤੇ ਸਭ ਤੋਂ ਪਹਿਲਾਂ ਆ ਗਈ, ਕਿਉਂਕਿ ਇੱਥੋਂ ਦੇ ਇੰਟੈਲੈਕਚੁਅਲ ਉਹ ਵੀ ਉਸ ਨੂੰ ਉਨਾ ਹੀ ਰੈਡੀਕਲ ਆ, ਤੁਹਾਡੇ ਮੀਡੀਆ ਨੇ ਵੀ ਉਨਾ ਹੀ ਜ਼ੋਰ ਦੀ, ਰੀਜਨਲ ਮੀਡੀਆ ਨੇ ਜਿਹੜਾ ਸਾਡਾ ਪੰਜਾਬੀ ਮੀਡੀਆ ਉਹਨੇ ਰੌਲਾ ਪਾਉਣਾ ਸ਼ੁਰੂ ਕਰਤਾ, ਕਿਉਂਕਿ ਹਿੰਦੀ ਮੀਡੀਆ ਤਾਂ ਸਿਰਫ ਸੁਸ਼ਾਂਤ ਜਾਂ CBI ਉੱਥੇ ਤੱਕ ਹੀ ਟਿਕਿਆ, ਉਹ ਨਹੀਂ ਗਏ ਹੈ ਇੱਧਰ। ਕਿਸਾਨ ਵੀ ਸਾਡੇ ਜਿਹੜੇ ਬੜੇ ਆਰਗੇਨਾਈਜ਼ਡ ਹੈਗੇ, ਭਾਵੇਂ ਯੂਨੀਅਨ ਉਹਨਾਂ ਦੀਆਂ 24 ਆ, ਪਰ ਇਸ ਵੇਲੇ 24-25 ਸਾਰੀਆਂ ਇਕੱਠੀਆਂ ਤੇ ਇਸ ਕਰਕੇ ਸਾਨੂੰ ਸਾਰਿਆਂ ਤੋਂ ਪਹਿਲਾਂ ਇਹ ਸਮਝ ਪੈ ਗਈ ਕਿ ਇਹ ਹੋ ਕੀ ਰਿਹਾ, ਬਾਕੀ ਦਿਆਂ ਨੂੰ ਅਜੇ ਸਮਝ ਨਹੀਂ ਪਈ। ਉਹਨਾਂ ਨੂੰ ਉਦੋਂ ਸਮਝ ਪੈਣੀ ਹੈ ਜਦੋਂ ਮਾਲ ਉਹਨਾਂ ਦਾ ਰੁਲਣ ਲੱਗ ਗਿਆ। ਹੁਣ ਆਲੈਂਡ ਦੇ ਤਾਂ ਆਉਂਦੀਆਂ ਜਦੋਂ ਰੁਲਿਆ ਫਿਰ ਉਹਨਾਂ ਨੂੰ ਰੁਲ ਹੀ ਰਹੀ ਹੈ ਬਿਲਕੁਲ। ਅਜੇ ਉਸ ਕਿਤੇ ਨਾ ਕਿਤੇ ਉਹਨਾਂ ਤੇ ਭਰੋਸਾ ਕਰੀ ਬੈਠੇ ਆ ਕਿ ਸ਼ਾਇਦ ਸੱਚੀ ਉਹ ਜਿਹੜਾ ਮੋਦੀ ਜੀ ਆ ਜਿਹੜੇ ਕਹਿ ਰਹੇ ਕਿ ਇਹਨਾਂ ਨੂੰ ਮੈਂ ਆਜ਼ਾਦੀ ਦੇ ਰਿਹਾ, ਆਜ਼ਾਦੀ ਕਾਹਤੋਂ ਦੇ ਰਿਹਾ,
ਆਜ਼ਾਦੀ ਇਹ ਗੱਲ ਦੀ ਆ ਵੀ ਜਿਹੜੀ ਇੱਕ ਛੋਟੇ ਜਿਹੇ ਜਿਹੜੀ ਕੋਈ ਚੀਜ਼ ਛੋਟੀ ਜਗ੍ਹਾ ਤੇ ਰਹਿਣ ਵਾਲੀ ਉਹਨੂੰ ਤੁਸੀਂ ਸਮੁੰਦਰ ਛੋਟ ਰਹੇ ਛੋਟੀ ਜਿਹੀ ਮੱਛੀ ਨੂੰ ਜਿਹੜੀ ਛੱਪੜ 'ਚ ਰਹਿਣ ਵਾਲੀ ਆ ਉਹਦੇ ਤੇ ਖਤਮ ਹੀ ਹੋਣੀ ਆ। ਇਹ ਇਹੋ ਜਿਹੀ ਆਜ਼ਾਦੀ ਆ ਕਿ ਜਿਹੜੇ ਜ਼ਮੀਨ ਤੇ ਪਿੰਡਾਂ ਦੇ ਰਹਿਣ ਵਾਲੇ ਲੋਕ ਆ ਉਹਨੂੰ ਤੁਸੀਂ ਗਲੋਬਲ ਮਾਰਕੀਟ ਦੇ ਸਾਹਮਣੇ ਕਹਿੰਦੇ ਕਿ ਹੁਣ ਕਰੋ ਮੁਕਾਬਲਾ, ਉਹਦੇ ਖਤਮ ਹੋਏ ਆ, ਉਹ ਨਹੀਂ ਬਚਣਗੇ। ਇਸ ਕਰਕੇ ਇਸ ਸਾਰੀ ਜਿਹੜੀ ਸਿਚੁਏਸ਼ਨ ਆ ਉਹਦੇ 'ਚ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ 'ਚ ਹਰਪ੍ਰੀਤ ਇਹ ਬੜਾ ਵੱਡਾ ਨੈਸ਼ਨਲ ਸੰਕਟ ਉਦੋਂ ਬਣਨਾ ਜਦੋਂ ਮੱਧ ਪ੍ਰਦੇਸ਼ ਦੀ ਕਣਕ ਰੁਲ ਗਈ, ਜਦੋਂ ਰਾਜਸਥਾਨ ਦੀ ਕਣਕ ਰੁਲ ਗਈ, ਤੇਲੰਗਾਨਾ ਵਾਲੇ ਆਲਰੇਡੀ ਕਰ ਰਹੇ ਆ ਉੱਥੇ ਤਾਂ ਜਿਹੜੀ ਝੋਨਾ ਵੱਡੇ ਪੱਧਰ ਤੇ ਵਿਕਦਾ, ਤੇ ਜਦੋਂ ਫਸਲਾਂ ਰੁਲਣ ਲੱਗੀਆਂ ਸਾਲ 6 ਮਹੀਨੇ ਦੇ ਅੰਦਰ ਅੰਦਰ ਇਹ ਵੱਡਾ ਪ੍ਰੋਟੈਸਟ ਬਣਨਾ ਔਰ ਇਹ ਰਾਜਨੀਤਿਕ ਸੰਕਟ ਵੀ ਸੈਂਟਰ ਸਰਕਾਰ ਲਈ ਗਹਿਰਾ ਕਰ ਸਕਦਾ। ਤਾਂ ਹੀ ਮੈਂ ਕਹਿੰਦਾ ਕਿ ਜਿਹੜੀ ਅਕਾਲੀ ਦਲ ਆ ਉਹਨਾਂ ਨੇ ਹੁਣ ਜੇ ਇੱਕ ਵਾਰੀ ਕਹਿੰਦੇ ਪੰਗਾ ਲੈ ਲਿਆ ਤੇ ਫਿਰ ਹੁਣ ਆਪਣੀ ਬਹਾਦਰੀ ਦਿਖਾਓ, ਇਹਨਾਂ ਸਾਰਿਆਂ ਨੂੰ ਆਉਣ ਵਾਲੇ ਇਸ ਜਗ੍ਹਾ ਤੇ ਗੱਡੀਆਂ ਚੱਕ ਕੇ ਇਹਨਾਂ ਨੂੰ ਲੀਡ ਕਰੋ, ਇਹਨਾਂ ਨੂੰ ਇੰਟੀਗ੍ਰੇਟ ਕਰੋ, ਇਹਨਾਂ ਦੀ ਫੋਰਸ ਬਣਾਓ ਔਰ ਇੱਕ ਨੈਸ਼ਨਲ ਲੈਵਲ ਤੇ ਰੀਜਨਲ ਪਾਰਟੀਆਂ ਦਾ ਅਲਾਇੰਸ ਬਣਾ ਕੇ ਪੰਜਾਬ ਨੂੰ ਵੀ ਤੇ ਉਹਨਾਂ ਬਾਕੀ ਸੂਬਿਆਂ ਨੂੰ ਵੀ ਬਚਾਓ। ਠੀਕ ਹੈ, ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਲਈ। ਮੁੱਕਦੀ ਗੱਲ ਇਹ ਹੈ ਕਿ ਆਉਣ ਵਾਲਾ ਟਾਈਮ ਬੜਾ ਕੁਝ ਦੇਖਣ ਨੂੰ ਮਿਲ ਸਕਦਾ। ਆਉਣ ਵਾਲੇ ਟਾਈਮ ਦੇ ਵਿੱਚ ਨਾ ਸਿਰਫ ਸਿਆਸਤ ਪੱਖੋਂ ਬਲਕਿ ਦੇਸ਼ ਦੇ ਵਿੱਚ ਇੱਕ ਗੰਭੀਰ ਸੰਕਟ ਵੀ ਪੈਦਾ ਹੋ ਸਕਦਾ ਹੈ। ਉਹ ਕਿਸਾਨ, ਕਿਉਂਕਿ ਅਕਸਰ ਹੀ ਇਹ ਕਿਸਾਨ ਕਹਿੰਦੇ ਨੇ ਕਿ ਸਾਨੂੰ ਯੂਜ਼ ਕਰਕੇ ਸੁੱਟ ਦਿੱਤਾ ਗਿਆ, ਜਦੋਂ ਤਾਂ ਸਾਡੀ ਜ਼ਰੂਰਤ ਸੀ ਉਦੋਂ ਸਾਨੂੰ ਇਹ ਕਹਿ ਦਿੱਤਾ ਗਿਆ ਹਰੀ ਕ੍ਰਾਂਤੀ ਆ ਗਈ, ਤੁਸੀਂ ਅੰਨਦਾਤੇ ਹੋ ਸਾਡੇ, ਉਹ ਸਭ ਕੁਝ ਸਾਡੇ ਤੋਂ ਲੈ ਲਿਆ ਗਿਆ। ਔਰ ਜਦੋਂ ਹੁਣ ਅਸੀਂ ਸੰਕਟ ਦੇ ਵਿੱਚ ਹਾਂ ਔਰ ਸੰਕਟ ਦੀ ਇਸ ਘੜੀ ਦੇ ਵਿੱਚ ਸਾਨੂੰ ਡੋਬਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਕਿ ਅਸੀਂ ਤੁਹਾਡਾ ਸੁਧਾਰ ਕਰਨਾ ਚਾਹ ਰਹੇ ਹਾਂ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।